ਹੈਲੋ ਨਮਸਤੇ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਹੈਗਾ ਪ੍ਰੋਬਿੰਗ ਆਈ ਪੋਡਕਾਸਟ ਦੇ ਵਿੱਚ। ਇਹ ਹੈਗਾ ਸਭ ਤੋਂ ਪਹਿਲਾ ਐਪੀਸੋਡ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਕਿਸਾਨਾਂ ਨੂੰ ਲੈ ਕੇ ਨਏ ਫਾਰਮ ਲਾਜ਼। ਅਸਲੀ ਗੱਲ ਕੀ ਹੈਗੀ ਹੈ, ਕਿਹੜੇ ਬੰਦੇ ਪਿੱਛੇ ਨੇ ਤੇ ਉਹ ਕੀ ਚਾਹੁੰਦੇ ਨੇ ਤੇ ਸਰਕਾਰ ਕੀ ਕਰਦੀ ਪਈ ਹੈ। ਇਨ ਗੱਲਾਂ ਦਾ, ਇਹ ਖਬਰਾਂ ਦਾ ਵਰਲਡ ਸਟੇਜ ਤੇ ਕੀ ਪ੍ਰਭਾਵ ਹੈਗਾ, ਅਸੀਂ ਇਹ ਸਾਰੀ ਗੱਲਾਂ ਕਰਾਂਗੇ ਮਿਸਟਰ ਪ੍ਰਭਜੋਤ ਸਿੰਘ ਨਾਲ, ਜੋ ਕਿ ਪੰਜਾਬ ਦੇ ਵਿੱਚ ਇੱਕ ਬੜੇ ਹੀ ਸੀਨੀਅਰ ਜਰਨਲਿਸਟ ਹੈਗੇ ਨੇ, ਤੇ ਮੈਂ ਹੈਗਾ ਪੌਲ ਸਿੰਘ ਟੋਰਾਂਟੋ ਤੋਂ। ਇਹ ਪੋਡਕਾਸਟ ਐਪੀਸੋਡ ਦੇ 3 ਹਿੱਸੇ ਨੇ। ਪਹਿਲੇ ਹਿੱਸੇ ਵਿੱਚ ਸਾਨੂੰ ਇੱਕ ਓਵਰਵਿਊ ਜਾਂ ਸਮਰੀ ਮਿਲੇਗੀ, ਦੂਹੇ ਹਿੱਸੇ ਵਿੱਚ ਅਸੀਂ ਸਵਾਲ ਜਵਾਬ ਕਰਾਂਗੇ ਤੇ ਆਖਰੀ ਹਿੱਸੇ ਵਿੱਚ ਸਾਨੂੰ ਕੁਝ ਪੁਰਾਣੀ ਗੱਲਾਂ ਤਾਜ਼ਾ ਕਰਾਂਗੇ ਤੇ ਕੁਝ ਹਿਸਟਰੀ ਦੇ ਬਾਰੇ ਸਿੱਖਾਂਗੇ। ਇਸ ਵੇਲੇ ਪੰਜਾਬ ਵਿੱਚ, ਸਿਰਫ ਪੰਜਾਬ ਵਿੱਚ ਹੀ ਨਹੀਂ, ਲਗਭਗ ਸਾਰੇ ਇੰਡੀਆ ਵਿੱਚ ਜਿਹੜੇ ਫਾਰਮਰਸ ਨੇ ਉਹ ਐਜੀਟੇਸ਼ਨ ਤੇ ਨੇ। ਉਹਦਾ ਇੱਕ ਰੀਜ਼ਨ ਇਹ ਹੈ ਕਿ ਜੂਨ ਵਿੱਚ ਐਨਡੀਏ ਗਵਰਨਮੈਂਟ ਨੇ 3 ਨਵੇਂ ਲਾਅ ਦਾ ਆਰਡੀਨੈਂਸ ਜਾਰੀ ਕੀਤਾ ਸੀ 7 ਜੂਨ ਨੂੰ। ਉਹਦਾ ਮਤਲਬ ਇਹ ਸੀ ਕਿ ਜਿਹੜੇ ਕਾਰਪੋਰੇਟ ਵਰਲਡ ਹੈ ਉਹ ਐਗਰੀਕਲਚਰ ਸੈਕਟਰ ਵਿੱਚ ਜਾ ਕੇ ਆਪਣਾ ਕੰਟਰੋਲ ਕਰ ਸਕਦਾ। ਕੰਟਰੋਲ ਤੇ ਪਹਿਲਾਂ ਵੀ ਹੈ ਉਹਨਾਂ ਦਾ, ਪਹਿਲਾਂ ਵੀ ਉਹ ਖਰੀਦ ਸਕਦੇ ਨੇ ਸਾਰਾ ਕੁਝ। ਮੰਡੀਆਂ ਵਿੱਚ ਵੀ ਜਾਂਦੇ ਨੇ ਕਾਰਪੋਰੇਟ, ਵੱਡੀਆਂ ਵੱਡੀਆਂ ਕੰਪਨੀਆਂ ਨੇ, ਜਿਵੇਂ ਹਿੰਦ ਲੇਬਰ ਆ, ਉਹ ਸਾਰਾ ਮੂੰਗਫਲੀ, ਜਿੱਦਾਂ ਉਹ ਡਾਲਡਾ, ਆਪਾਂ ਸਾਰੇ ਡਾਲਡੇ ਦੀ ਗੱਲ ਕਰਦੇ ਹਾਂ, ਉਹ ਡਾਲਡਾ ਕਿਉਂ ਬਣਾਉਂਦੇ ਨੇ ਤਾਂ ਮੂੰਗਫਲੀ ਦਾ ਤੇਲ ਹੁੰਦਾ, ਉਹ ਸਾਰਾ ਉੱਥੋਂ ਲੈਂਦੇ ਨੇ। ਜਿੰਨੇ ਤੁਸੀਂ ਵੇਫਰ ਖਾਂਦੇ ਹੋ, ਅੰਕਲ ਚਿਪਸ, ਲੇਜ਼ ਚਿਪਸ, ਆਲੂ ਦੇ, ਇਹ ਸਾਰੇ ਕਿਸਾਨਾਂ ਤੋਂ ਖਰੀਦ ਕੇ ਲਿਆਉਂਦੇ ਨੇ। ਜਿੰਨੀ ਸੌਸ ਆਉਂਦੀ ਹੈ ਜਾਂ ਜਿੰਨੇ ਤੁਹਾਡੇ ਫਰੂਟ ਡਰਿੰਕਸ ਆਉਂਦੇ ਨੇ, ਕੋਈ ਵੀ ਆਉਂਦਾ, ਸਾਰੀਆਂ ਚੀਜ਼ਾਂ ਬੇਸਿਕ ਜਿਹੜਾ ਇਨਪੁਟਸ ਨੇ ਉਹ ਤਾਂ ਫਾਰਮਰਸ ਤੋਂ ਹੀ ਆਉਂਦੇ ਨੇ। ਉਹ ਪਹਿਲਾਂ ਤੋਂ ਹੀ ਕਾਰਪੋਰੇਟ ਵਰਲਡ ਖਰੀਦਦਾ। ਲੇਕਿਨ ਜੇ ਤੁਸੀਂ ਹੁਣ ਨੂਡਲਸ ਦੀ ਗੱਲ ਹੀ ਕਰੋ, ਨੈਸਲੇ ਬਣਾਉਂਦਾ ਨੂਡਲਸ ਮੈਦੇ ਦੀਆਂ, ਤੇ ਉਹ ਮੈਦੇ ਦਾ ਜਿਹੜਾ ਬੇਸਿਕ ਚੀਜ਼ ਆ ਉਹ ਤੇ ਕਿਸਾਨਾਂ ਤੋਂ ਹੀ ਆਉਂਦੀ ਹੈ ਨਾ। ਤੇ ਉਹ ਆਲਰੇਡੀ ਕਾਰਪੋਰੇਟ ਵਰਲਡ ਤਾਂ ਪਹਿਲਾਂ ਤੋਂ ਹੀ ਕਿਸਾਨਾਂ ਤੋਂ ਬੜੇ ਲੋ ਰੇਟਸ ਤੇ ਇਹ ਚੀਜ਼ਾਂ ਖਰੀਦ ਰਹੇ ਨੇ। ਉਹ 100 ਸਾਲ ਤੋਂ ਵੀ ਜ਼ਿਆਦਾ ਹੋ ਗਏ ਨੇ ਇਹਨਾਂ ਕੰਪਨੀਆਂ ਨੂੰ, ਵੱਡੀਆਂ ਵੱਡੀਆਂ ਕੰਪਨੀਆਂ ਨੂੰ ਆਪਰੇਟ ਕਰਦਾ, ਹਿੰਦੁਸਤਾਨ ਲੇਬਰ ਨੂੰ ਜਾਂ ITC ਨੂੰ ਜਾਂ ਨੈਸਲੇ ਨੂੰ ਜਾਂ ਹੋਰ ਵੱਡੀਆਂ ਵੱਡੀਆਂ ਕੰਪਨੀਆਂ ਨੇ, ਜੇ ਜੂਸ ਬਣਾਉਂਦੀਆਂ ਨੇ, ਬਹੁਤ ਫੂਡ ਪ੍ਰੋਡਕਟਸ ਬਣਾਉਂਦੀਆਂ ਨੇ, ਫੂਡ ਪ੍ਰੋਸੈਸਿੰਗ ਕਰਦੀਆਂ ਨੇ, ਉਹ ਹਮੇਸ਼ਾ ਹੀ ਖਰੀਦੀਆਂ ਰਹੀਆਂ ਨੇ। ਲੇਕਿਨ ਇਹ ਜਿਹੜੀਆਂ ਕੰਪਨੀਆਂ ਸੀ, ਇਹਨਾਂ ਨੇ ਐਨਡੀਏ ਗਵਰਨਮੈਂਟ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਉਹਦੇ ਤੇ ਪ੍ਰੈਸ਼ਰ ਪਾਇਆ ਕਿ ਸਾਨੂੰ ਤੁਸੀਂ ਇੱਦਾਂ ਦੀ ਐਕਸੈਸ ਦਿਓ ਕਿ ਅਸੀਂ ਹੋਰ ਕੰਫਰਟੇਬਲੀ ਔਰ ਸਾਡਾ ਕੰਟਰੋਲ ਰਵੇ, ਅਸੀਂ ਫਾਰਮਰ ਨੂੰ ਕੰਟਰੋਲ ਕਰ ਸਕੀਏ। ਤੋ 3 ਲਾਅ ਬਣਾਏ ਗਏ ਇੱਦਾਂ ਦੇ ਕਿ ਜਿਹਦੇ ਵਿੱਚ ਇੱਕ ਤਾਂ ਹੈਗਾ ਕੰਟਰੈਕਟ ਫਾਰਮਿੰਗ ਦਾ। ਇਹ ਵੱਡੇ ਵੱਡੇ ਕਾਰਪੋਰੇਟ ਹਾਊਸਿਸ ਕਿਸਾਨਾਂ ਨੂੰ ਕਹਿਣਗੇ, ਤੇਰੀ ਜ਼ਮੀਨ ਮੈਂ 1 ਸਾਲ ਲੀਜ਼ ਤੇ ਲੈ ਲਈ, ਤੂੰ ਮੈਨੂੰ ਇੰਨਾ ਕੁਇੰਟਲ ਆਲੂ ਪੈਦਾ ਕਰਕੇ ਦੇਣੇ ਆ, ਇੰਨੇ ਕੁਇੰਟਲ ਟਮਾਟਰ ਪੈਦਾ ਕਰਕੇ ਦੇਣੇ ਆ, ਇੰਨੇ ਕੁਇੰਟਲ ਤੁਸੀਂ ਮੱਕੀ ਦੇਣੀ ਹੈ, ਇੰਨੇ ਕੁਇੰਟਲ ਜਾਂ ਇੰਨੇ ਟਨ ਜਾਂ ਇੰਨਾ ਮੈਨੂੰ ਕਣਕ ਦੇਣੀ ਹੈ, ਜਾਂ ਚਾਵਲ ਦੇਣੇ ਹੈ, ਜਾਂ ਕੋਈ ਹੋਰ ਸਬਜ਼ੀਆਂ ਦੇਣੀਆਂ। ਤਾਂ ਕਿਸਾਨ ਨੂੰ ਉਹਦਾ ਪੈਸਾ ਮਿਲੇਗਾ। ਲੇਕਿਨ ਜੇ ਉਹ ਕਿਸਾਨ ਫੇਲ ਹੋ ਜਾਂਦਾ ਹੈ, ਉਨੀ ਜਿੰਨੀ ਪ੍ਰੋਮਿਸ ਐਗਰੀਮੈਂਟ ਦਾ ਕੰਟੈਂਟ ਸੀ, ਜਾਂ ਉਹਨਾਂ ਨਹੀਂ ਦੇ ਸਕਦਾ ਕੁਆਂਟਿਟੀ, ਤਾਂ ਕਾਰਪੋਰੇਟ ਉਹ ਜ਼ਮੀਨ ਕੁਰਕੀ ਕਰਕੇ ਜ਼ਮੀਨ ਤੇ ਕਬਜ਼ਾ ਕਰ ਸਕਦਾ। ਤਾਂ ਕਿਸਾਨਾਂ ਨੂੰ ਇਹ ਡਰ ਸੀ ਕਿ ਜੇ ਕੱਲ੍ਹ ਨੂੰ ਕੰਟਰੈਕਟ ਫਾਰਮਿੰਗ ਆ ਗਈ ਤਾਂ ਵੱਡੇ ਵੱਡੇ ਕਾਰਪੋਰੇਟ ਹਾਊਸਿਸ ਇੱਕ ਬਹਾਨੇ ਜਾਂ ਦੂਜੇ ਬਹਾਨੇ ਸਾਡੇ ਜ਼ਮੀਨਾਂ ਖੋਹ ਲੈਣਗੇ। ਦਿਸ ਵਾਜ਼ ਵਨ ਇਸ਼ੂ। ਨੰਬਰ 2 ਵਾਜ਼ ਕਿ ਜਿਹੜੇ ਪੰਜਾਬ ਜਾਂ ਹਰਿਆਣਾ ਵਿੱਚ ਵੱਡੀਆਂ ਮੰਡੀਆਂ ਨੇ, ਜਦੋਂ ਗਵਰਨਮੈਂਟ ਆਫ ਇੰਡੀਆ ਇੱਥੋਂ ਫੂਡ ਗ੍ਰੇਨਸ ਪ੍ਰੋਕਿਓਰ ਕਰਦੀ ਹੈ ਤਾਂ ਉਸ ਤੋਂ ਪਹਿਲਾਂ ਇੱਕ ਸਿਸਟਮ ਬਣਿਆ ਹੋਇਆ, ਉਹਨੂੰ ਕਹਿੰਦੇ ਮਿਨੀਮਮ ਸਪੋਰਟ ਪ੍ਰਾਈਸ, MSP। ਉਹ ਇੱਕ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਬਣਿਆ ਹੋਇਆ, ACPC। ਉਹ ਹਰ ਸਾਲ ਕਿੰਨੀ ਕਾਸਟ ਹੈ, ਕਿੰਨੀ ਇਨਪੁਟਸ ਕਿੰਨੇ ਪਈ, ਬੀਜ ਕਿੰਨਾ ਪਿਆ, ਖਾਦ ਕਿੰਨੀ ਪਈ, ਬਿਜਲੀ ਕਿੰਨੀ ਲੱਗੀ, ਪਾਣੀ ਕਿੰਨਾ ਲੱਗਿਆ, ਉਹ ਕੈਲਕੂਲੇਟ ਕਰਕੇ ਸਾਲ ਦੇ ਬਾਅਦ ਰੇਟ ਫਿਕਸ ਕਰ ਦਿੰਦਾ ਕਿ ਇਸ ਸਾਲ ਸਰਕਾਰ ਕਣਕ 1800 ਰੁਪਏ ਕੁਇੰਟਲ ਖਰੀਦੇਗੀ, ਚਾਵਲ 1500 ਰੁਪਏ ਕੁਇੰਟਲ ਖਰੀਦੇਗੀ, ਜਾਂ ਕਪਾਹ 5600 ਰੁਪਏ ਦੀ ਇੱਕ ਬੇਲ ਖਰੀਦੇਗੀ। ਮਤਲਬ ਇਸ ਤਰ੍ਹਾਂ ਰੇਟ ਫਿਕਸ ਕੀਤੇ ਜਾਂਦੇ ਨੇ, ਜਿਹਨੂੰ ਕਹਿੰਦੇ MSP। ਤੋ ਹੁਣ ਕਿਸਾਨਾਂ ਨੂੰ ਡਰ ਇਹ ਹੈ ਕਿ ਜੇ ਕਾਰਪੋਰੇਟ ਨੇ ਤਾਂ ਕਦੇ ਵੀ, ਬੇਸ਼ੱਕ ਉਹ ਹਰ ਸਾਲ ਮੰਡੀਆਂ ਵਿੱਚੋਂ ਕਣਕ ਵੀ ਖਰੀਦਦੇ ਨੇ, ਚਾਵਲ ਵੀ ਖਰੀਦਦੇ ਨੇ, ਹੋਰ ਸਾਰੀਆਂ ਜਿਹੜੀਆਂ ਐਗਰੀਕਲਚਰ ਪ੍ਰੋਡਿਊਸਰਸ ਨੇ ਉਹ ਸਾਰੀਆਂ ਖਰੀਦਦੇ ਨੇ,
ਪਰ ਕਦੇ ਵੀ ਕਾਰਪੋਰੇਟ ਵਰਲਡ ਨੇ ਜਿਹੜਾ MSP ਹੈ ਉਹ ਵੀ ਕਦੇ ਪੇ ਨਹੀਂ ਕੀਤਾ। ਉਸ ਤੋਂ ਘੱਟ ਕੀਮਤ ਤੇ ਹੀ ਲੈਂਦੇ ਨੇ ਬਿਲੋ, ਜਿਹਨੂੰ ਕਹਿੰਦੇ ਕਿ ਡਿਸਟ੍ਰੈਸ ਸੇਲ ਫਾਰਮਰਸ ਤੋਂ। ਤੇ ਫਾਰਮਰ ਨੂੰ ਡਰ ਸੀ ਕਿ ਜੇ ਪਹਿਲਾਂ ਹੀ ਸਾਨੂੰ ਪੈਸੇ ਨਹੀਂ ਦਿੰਦੇ, ਪਹਿਲਾਂ ਹੀ ਸਾਡੇ ਪੂਰੇ ਪੈਸੇ ਨਹੀਂ ਦਿੰਦੇ, ਸਾਨੂੰ ਤਾਂ ਸਿਰਫ ਜੇ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ MSP ਹੈ, ਜਿਹੜੀ ਗਵਰਨਮੈਂਟ ਏਜੰਸੀ ਖਰੀਦਦੀ ਹੈ, ਜੇ FCI ਖਰੀਦਦੀ ਹੈ ਕਣਕ ਜਾਂ ਚਾਵਲ, ਉਹਦੇ ਤੋਂ ਉਹਨਾਂ ਨੂੰ ਪੈਸਾ ਮਿਲਦਾ। ਹੁਣ ਸਿਰਫ ਪੰਜਾਬ ਵਿੱਚ ਕਣਕ ਤੇ ਚਾਵਲ ਹਰ ਸਾਲ 65,000 ਕਰੋੜ ਰੁਪਏ ਦੀ ਖਰੀਦੀ ਜਾਂਦੀ ਹੈ। ਤੋ ਪੰਜਾਬ ਦੀ ਸਾਰੀ ਇਕਨੋਮੀ ਤਾਂ MSP ਤੇ ਡਿਪੈਂਡੈਂਟ ਹੈ, ਕਿਉਂਕਿ 65,000 ਕਰੋੜ ਰੁਪਈਆ ਤਾਂ ਆਉਂਦਾ ਬਿਕਾਜ਼ ਉਹ ਜਿਹੜਾ ਰੇਟ ਗਵਰਨਮੈਂਟ ਆਫ ਇੰਡੀਆ ਫਿਕਸ ਕਰਦੀ ਹੈ MSP ਦਾ ਕਿ 1,800 ਰੁਪਏ ਕੁਇੰਟਲ ਜੀ ਕਣਕ ਦਾ ਹੈ, ਤਾਂ ਕਿਸਾਨਾਂ ਨੂੰ 1,800 ਰੁਪਏ ਮਿਲਦਾ ਜੇ ਸਰਕਾਰ ਖਰੀਦੀ ਹੈ। ਜੇ ਪ੍ਰਾਈਵੇਟ ਬਾਇਰਸ ਖਰੀਦੇ ਨੇ ਤਾਂ ਕਦੇ ਵੀ 1,800 ਦਾ ਨਹੀਂ ਖਰੀਦਦੇ, ਉਹ 1,500, 1,400, 1,600, 1,300 ਤੇ ਖਰੀਦਦੇ ਨੇ। ਸਿਮਿਲਰਲੀ ਬਾਕੀ ਜਿਹੜੀ ਚੀਜ਼ਾਂ ਨੇ, ਕ੍ਰੌਪਸ ਨੇ, ਚਾਵਲ ਹੈ ਜਾਂ ਜਿਹਨੂੰ ਝੋਨਾ ਕਹਿੰਦੇ ਜਾਂ ਪੈਡੀ ਕਹਿੰਦੇ ਆ, ਜਿਹੜੀ ਅਨਸ਼ੈਲਡ ਝੋਨਾ ਹੁੰਦਾ ਉਹਨੂੰ ਕਹਿੰਦੇ ਆ ਪੈਡੀ, ਉਹਦੀ ਸ਼ੈਲਿੰਗ ਨਹੀਂ ਕੀਤੀ ਹੁੰਦੀ ਹਲੇ, ਤੇ ਉਹ ਖਰੀਦਦੇ ਨੇ ਘੱਟ ਰੇਟ ਤੇ। ਹੁਣ ਅੱਜ ਕੱਲ੍ਹ ਜਿਵੇਂ ਬੜਾ ਪ੍ਰੋਟੈਸਟ ਚੱਲ ਰਿਹਾ ਕਿ ਕਾਟਨ ਦਾ ਰੇਟ ਤਾਂ 5,500 ਰੁਪਇਆ, ਪਰ ਏਜੰਸੀਆਂ ਖਰੀਦ ਰਹੀਆਂ 3,500, 3,000, 3,500, 3,600 ਤੇ MSP ਦੀ ਕਿਉਂ ਨਹੀਂ ਖਰੀਦੀਆਂ? ਤਾਂ ਕਿਸਾਨਾਂ ਨੂੰ ਇਹ ਡਰ ਸੀ। ਤੀਜਾ ਸੀ ਕਿ ਜਿਹੜਾ ਅਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਉਹਦੇ ਵਿੱਚ ਰਿਸਟ੍ਰਿਕਸ਼ਨ ਸੀ ਤੇ ਕੋਈ ਕਿੰਨਾ ਸਟਾਕ ਰੱਖ ਸਕਦਾ। ਜਿਵੇਂ ਕਣਕ ਦਾ ਸਟਾਕ ਹੈ 100 ਕੁਇੰਟਲ ਰੱਖ ਸਕਦਾ, ਪਰ ਉਹਨਾਂ ਨੇ ਹੁਣ ਕਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਤਾਂ ਸੂਟ ਨਹੀਂ ਕਰਦਾ, ਕਾਰਪੋਰੇਟ ਨੂੰ, ਉਹ ਕਹਿੰਦੇ ਲਿਮਿਟ ਖਤਮ ਕਰ ਦਿਓ। ਤਾਂ ਉਹਨਾਂ ਨੇ, ਮੋਦੀ ਗਵਰਨਮੈਂਟ ਨੇ ਉਹ ਲਿਮਿਟਾਂ ਖਤਮ ਕਰ ਦਿੱਤੀਆਂ ਕਿ ਹੁਣ ਵੱਡੇ ਜਿਹੜੇ ਕਾਰਪੋਰੇਟ ਹਾਊਸਿਸ ਚਾਹੇ ਉਹ 1,000 ਕੁਇੰਟਲ ਰੱਖਣ, ਭਾਵੇਂ 10,000 ਕੁਇੰਟਲ ਰੱਖਣ ਸਟਾਕ ਕਰਕੇ, ਤੇ ਜਦੋਂ ਲੋੜ ਪਏਗੀ ਪਹਿਲਾਂ ਮਾਰਕੀਟ ਵਿੱਚ ਸ਼ਾਰਟੇਜ ਕ੍ਰੀਏਟ ਕਰ ਦਿਓ, ਤੇ ਰੇਟ ਵੱਧ ਗਏ ਤੇ ਫਿਰ ਹੌਲੀ ਹੌਲੀ ਸਟਾਕ ਰਿਲੀਜ਼ ਕਰਨੇ ਸ਼ੁਰੂ ਕਰ ਦਿਓ। ਤੇ ਉਹ ਕਹਿੰਦੇ ਕਿ ਐਕਸਪਲੋਇਟੇਸ਼ਨ ਫਾਰਮਰ ਦੀ ਬੜੀ ਹੋਏਗੀ, ਸਸਤੇ ਰੇਟ ਤੇ ਖਰੀਦ ਲੈਣਗੇ ਤੇ ਵੇਚਣਗੇ ਬੜੇ ਮਹਿੰਗੇ ਰੇਟ ਤੇ ਵੇਚਣਗੇ। ਤੇ ਉਹਨਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਜਿਵੇਂ ਹੁਣ ਪੰਜਾਬ ਵਿੱਚ ਜਾਂ ਹਰਿਆਣੇ ਵਿੱਚ ਜਾਂ UP ਵਿੱਚ ਜਾਂ ਮੱਧ ਪ੍ਰਦੇਸ਼, ਹੁਣ ਮੱਧ ਪ੍ਰਦੇਸ਼ ਤੋਂ ਇੱਕ ਆਸ਼ੀਰਵਾਦ ਆਟਾ ਆਉਂਦਾ, ਅੱਜ ਕੱਲ੍ਹ ਲੋਕੀ ਖਰੀਦਦੇ ਨੇ। ਹੁਣ ਕਣਕ ਦਾ ਰੇਟ ਮੱਧ ਪ੍ਰਦੇਸ਼ ਚੋਂ ਜਿਹੜੀ ITC ਕੰਪਨੀ ਹੈ, ਇੱਕ ਬੜੀ ਵੱਡੀ ਕਾਰਪੋਰੇਟ ਕੰਪਨੀ ਜਿਹਨੂੰ ਕਹਿ ਸਕਦੇ ਹਾਂ, ਉਹ ਤੋਂ ਖਰੀਦੀ ਹੋਣੀ ਹੈ 15 ਰੁਪਏ, 12 ਰੁਪਏ, 15 ਰੁਪਏ ਕਣਕ ਖਰੀਦੀ ਹੋਣੀ ਹੈ, ਤੇ ਆਟਾ ਵੇਚਦੀ ਹੈ ਉਹ 40 ਰੁਪਏ ਕਿਲੋ। ਕਿਸਾਨ ਨੂੰ ਪੈਸਾ ਨਹੀਂ ਮਿਲ ਰਿਹਾ। ਹੁਣ ਮੋਦੀ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਕਾਰਪੋਰੇਟ ਸੈਕਟਰ ਨੂੰ, ਪ੍ਰਾਈਵੇਟ ਸੈਕਟਰ ਨੂੰ ਤਾਂ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਪੈਸਾ ਮਿਲੇ, ਪਰ ਜਿਹੜਾ ਪਿਛਲੇ 100 ਸਾਲ ਦਾ ਇਤਿਹਾਸ ਹੈ, ਜਦੋਂ ਦੇ ਵੱਡੇ, ਜਿਵੇਂ ਮੈਂ ਦੱਸਿਆ ਕਿ ਹਿੰਦੁਸਤਾਨ ਲੀਵਰ ਹੈ, ਡਾਲਡਾ ਘਿਓ, ਜਾਂ ਜਿਹੜੇ ਚਿਪਸ ਬਣਾਉਂਦੇ ਨੇ, ਜਾਂ ਜਿਹੜੇ ਫਰੂਟ ਜੂਸਸ ਬਣਾਉਂਦੇ ਨੇ, ਜਾਂ ਜਿਹੜੇ ਨੂਡਲ ਬਣਾਉਂਦੇ ਨੇ, ਮੈਂ ਸਿਰਫ ਐਗਜ਼ਾਮਪਲ ਹੀ ਦੱਸਿਆ, ਉਹਨਾਂ ਤੋਂ ਕਦੇ ਬੈਨੀਫਿਟ ਤਾਂ ਮਿਲਿਆ ਨਹੀਂ ਕਿਸਾਨਾਂ ਨੂੰ, ਕਦੇ ਪ੍ਰੋਫਿਟ ਤਾਂ ਮਿਲਿਆ ਨਹੀਂ। ਕਿਸਾਨ ਤਾਂ ਕਰਜ਼ੇ 'ਚ ਹੀ ਦੱਬੇ ਹੋਏ ਨੇ, ਉਹਨਾਂ ਨੂੰ ਤਾਂ ਕਰਜ਼ਾ ਵੀ ਮੋੜਿਆ ਨਹੀਂ ਜਾਂਦਾ। ਸੋ ਇਸ ਕਰਕੇ ਉਹ ਕਹਿੰਦੇ ਨੇ ਨਹੀਂ, ਇਹ ਤੁਸੀਂ ਹੁਣ ਬਿਲਕੁਲ ਹੀ ਖੋਲ੍ਹਦਾ। ਪਲੱਸ ਜਿਹੜੀਆਂ ਹੁਣ ਪੰਜਾਬ ਚੋਂ ਮੰਡੀਆਂ ਵਿੱਚੋਂ ਸੈਂਟਰ ਗਵਰਨਮੈਂਟ ਅन्न ਖਰੀਦਦੀ ਹੈ, ਉਹ ਤੇ ਟੈਕਸ ਲੱਗਦਾ, ਉਹ ਟੈਕਸ ਪੰਜਾਬ ਸਰਕਾਰ ਨੂੰ ਮਿਲਦਾ, 2%, 3% ਟੈਕਸ ਲੱਗਦਾ ਹੈ। ਫਿਰ ਇੱਕ ਰੂਰਲ ਡਿਵੈਲਪਮੈਂਟ ਫੰਡ ਆ RDF, ਉਹ ਮਿਲਦਾ, ਤੇ ਇਸ ਤਰ੍ਹਾਂ 2% ਕਮਿਸ਼ਨ ਏਜੰਟ ਨੂੰ ਮਿਲਦੀ ਹੈ। ਹੁਣ ਕਮਿਸ਼ਨ ਏਜੰਟ ਉਹ ਆੜ੍ਹਤੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵੇਲੇ ਕੁ ਕਿਸਾਨ ਨੂੰ ਪੈਸਾ ਦਿੰਦਾ, ਉਹਨੂੰ ਬੀਜ ਦੇ ਦਿੰਦਾ, ਲੈ ਕੇ ਉਹਨੂੰ ਖਾਦਾਂ ਲੈਣ ਦੀ ਹੈਲਪ ਕਰ ਦਿੰਦਾ, ਤੇ ਉਹ ਆਪਣੇ 2% ਕਮਿਸ਼ਨ ਲੈਂਦਾ। ਗਵਰਨਮੈਂਟ ਕਹਿੰਦੀ ਹੈ ਕਿ ਜਿਹੜਾ ਪ੍ਰਾਈਵੇਟ ਸੈਕਟਰ ਜਦੋਂ ਆ ਜਾਏਗਾ, ਪ੍ਰਾਈਵੇਟ ਮੰਡੀਆਂ ਬਣ ਜਾਣਗੀਆਂ ਸਰਕਾਰੀ ਮੰਡੀਆਂ ਦੇ ਨਾਲ, ਤਾਂ ਉਹ ਜਿਹੜਾ ਪ੍ਰਾਈਵੇਟ ਮੰਡੀ ਵਾਲਾ ਉਹ ਨਾ ਤੇ 2% ਕਮਿਸ਼ਨ ਦੇਗਾ, ਨਾ 2% ਟੈਕਸ ਦੇਗਾ, ਤੇ ਨਾ ਹੀ RDF ਦੇਗਾ। ਹੁਣ ਕਾਰਪੋਰੇਟ ਵਰਲਡ ਨੂੰ 7%, 8% ਟੈਕਸ ਤੋਂ ਐਗਜ਼ੈਂਪਟ ਕਰ ਦਿਓ, ਉਹ ਪਹਿਲਾਂ ਹੀ ਬੜੇ ਪੈਸੇ ਕਮਾ ਰਿਹਾ, ਤੇ ਇਹ ਜਿਹੜਾ ਪੈਸਾ ਸਰਕਾਰ ਨੂੰ ਮਿਲਦਾ ਸੀ, ਮੰਡੀ ਬੋਰਡ ਨੂੰ ਮਿਲਦਾ ਸੀ, ਜਿਹੜੇ ਸਰਕਾਰੀ ਮੰਡੀਆਂ ਨੇ, ਉਹ ਪੈਸਾ ਪਿੰਡਾਂ ਵਿੱਚੋਂ ਸੜਕਾਂ ਬਣਦੀਆਂ ਸੀ, ਜਿਹਦੇ ਨਾਲ ਕਿਸਾਨ ਆਪਣੀ ਫਸਲ ਖੇਤਾਂ ਤੋਂ ਮੰਡੀ ਤੱਕ ਲੈ ਜਾਂਦੇ ਸੀ। ਮੰਡੀਆਂ ਦੇ ਜਿਹੜੇ ਪਲੇਟਫਾਰਮ ਬਣਦੇ ਨੇ, ਬ੍ਰਿਕ ਬੇਸ ਬਣਿਆ ਜਾਂ ਪੱਕਾ ਬਣਿਆ, ਉੱਤੇ ਸ਼ੈੱਡ ਪਾਏ ਹੁੰਦੇ ਨੇ, ਉੱਥੇ ਪੀਣ ਦਾ ਪਾਣੀ ਦੀ ਪ੍ਰੋਵੀਜ਼ਨ ਕੀਤੀ ਜਾਂਦੀ ਹੈ, ਉੱਥੇ ਲਾਈਟ ਦੀ ਪ੍ਰੋਵੀਜ਼ਨ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ, ਉਹ ਉਸ ਫੰਡ 'ਚ ਹੁੰਦੀਆਂ ਨੇ, ਜਿਹੜੀਆਂ ਗਵਰਨਮੈਂਟ ਆਫ ਇੰਡੀਆ ਪੰਜਾਬ ਸਰਕਾਰ ਨੂੰ ਕਣਕ ਜਾਂ ਝੋਨਾ ਖਰੀਦਣ ਵੇਲੇ ਪੇ ਕਰਦਾ ਟੈਕਸ। ਹੁਣ ਗਵਰਨਮੈਂਟ ਚਾਹੁੰਦੀ ਹੈ ਕਿ ਸਾਨੂੰ ਟੈਕਸ ਵੀ ਨਾ ਪੇ ਕਰਨਾ ਪਵੇ, ਤੇ ਕਾਰਪੋਰੇਟ ਕਹਿੰਦੇ ਅਸੀਂ ਵੀ ਟੈਕਸ ਨਹੀਂ ਪੇ ਕਰਨਾ। ਤਾਂ ਉਹ ਜਿਹੜਾ ਇੱਕ ਰੂਰਲ ਡਿਵੈਲਪਮੈਂਟ ਫੰਡ, ਜਿਹਦੇ ਨਾਲ ਪਿੰਡਾਂ ਦਾ ਵਿਕਾਸ ਹੁੰਦਾ ਹੈ, ਪਿੰਡਾਂ ਵਿੱਚ ਡਿਵੈਲਪਮੈਂਟ ਹੁੰਦੀ ਹੈ, ਸੜਕਾਂ ਤੋਂ ਬਿਨਾਂ ਹੋਰ ਚੀਜ਼ਾਂ ਵੀ ਬਣਦੀਆਂ ਨੇ, ਸਕੂਲ ਵੀ ਥੋੜ੍ਹੇ ਬਹੁਤੇ ਬਣ ਜਾਂਦੇ ਨੇ, ਕੁਝ ਹਸਪਤਾਲਾਂ ਲਈ ਪੈਸਾ ਵੀ ਲੱਗ ਜਾਂਦਾ,
ਹੋਰ ਵੀ ਪੈਸਾ ਮਿਲ ਜਾਂਦਾ, ਉਹ ਬੰਦ ਹੋ ਜਾਏਗਾ। ਪਲੱਸ ਮੰਡੀ ਬੋਰਡ ਬੰਦ ਜੇ ਹੋਣਗੇ, ਮੰਡੀਆਂ ਬੰਦ ਹੋਣਗੀਆਂ, ਤਾਂ ਜਿਹੜੇ ਮੰਡੀ ਬੋਰਡਾਂ ਵਿੱਚ ਕੰਮ ਕਰਦੇ ਨੇ ਲੋਕ, ਕਈ ਹਜ਼ਾਰ ਲੋਕ ਕੰਮ ਕਰਦੇ ਨੇ, ਉਹ ਵੀ ਰੁਜ਼ਗਾਰ ਖੁੱਸ ਜਾਏਗਾ। ਪਲੱਸ ਕਮਿਸ਼ਨ ਏਜੰਟ ਜਿਹੜੇ ਨੇ ਉਹ ਵੀ ਤਕਰੀਬਨ 1 ਲੱਖ ਦੇ ਕਰੀਬ ਨੇ, ਉਹਨਾਂ ਦਾ ਕੰਮ ਵੀ ਖਤਮ ਹੋ ਜਾਏਗਾ। ਤੋ ਸਾਰੇ ਪਾਸਿਓਂ ਕ੍ਰਿਟਿਸਿਜ਼ਮ ਹੋਇਆ ਕਿ ਇਹ ਲਾ ਸਾਨੂੰ ਸੂਟ ਨਹੀਂ ਕਰਦੇ, ਇਹ ਲਾ ਸੈਂਟਰ ਨੂੰ ਵਿਡਰਾ ਕਰ ਲੈਣੇ ਚਾਹੀਦੇ ਨੇ। ਪਰ ਕਿਉਂਕਿ ਸੈਂਟਰ ਅੰਡਰ ਪ੍ਰੈਸ਼ਰ ਹੈ ਕਾਰਪੋਰੇਟ ਲੌਬੀ ਦੇ, ਔਰ ਕਾਰਪੋਰੇਟ ਲੌਬੀ ਨੂੰ ਕਿਉਂਕਿ ਉਹਨਾਂ ਨੇ ਜਿਹੜੇ ਕਾਰਪੋਰੇਟ ਸੈਕਟਰ ਨੇ ਲਾ ਬਣਨ ਤੋਂ ਪਹਿਲਾਂ ਹੀ ਬਹੁਤ ਵੱਡੀ ਜ਼ਮੀਨਾਂ ਖਰੀਦ ਲਈਆਂ, ਉੱਥੇ ਆਪਣੇ ਗੋਦਾਮ ਬਣਾਉਣੇ ਸ਼ੁਰੂ ਕਰ ਦਿੱਤੇ। ਅਡਾਨੀ ਨੇ, ਅੰਬਾਨੀ ਨੇ ਤਾਂ ਬਹੁਤ ਜਗ੍ਹਾ ਤੇ ਆਪਣੇ ਗੋਦਾਮ ਵੱਡੇ 100 ਏਕੜ ਦੀ ਜ਼ਮੀਨ ਲੈ ਕੇ ਉੱਥੇ ਰੇਲ ਹੈਡ ਬਣਵਾ ਲਏ ਨੇ ਪ੍ਰਾਈਵੇਟਲੀ, ਤਾਂ ਜੋ ਮੰਡੀ ਵਿੱਚ ਸਿੱਧਾ ਹੀ ਆਪਣੀ ਮੰਡੀ ਤੋਂ ਚੱਕ ਕੇ ਐਗਰੀਕਲਚਰ ਪ੍ਰੋਡਿਊਸ ਉਹ ਆਪਣੇ ਗੋਦਾਮ 'ਚ ਰੱਖ ਸਕਣਗੇ। ਸੋ ਹੁਣ ਉਹ ਇਹ ਸਾਰੀ ਜਦੋਂ ਗੱਲ ਬਾਹਰ ਆ ਗਈ ਤਾਂ ਡੈਫੀਨੇਟਲੀ ਸੀਗਾ ਕਿ ਕਿਸਾਨ ਬਹੁਤ ਤਕਲੀਫ 'ਚ ਆ ਗਏ ਕਿ ਸਾਨੂੰ ਤਾਂ ਲੁੱਟ ਲੈਣਗੇ, ਸਾਨੂੰ ਤਾਂ ਖਤਮ ਕਰ ਦੇਣਗੇ। ਹੁਣ ਸਰਕਾਰ ਨੇ ਕਿਹਾ ਕਿ ਨਹੀਂ, ਚਲੋ ਅੰਡਰ ਪ੍ਰੈਸ਼ਰ ਪਿਆ ਕਿ ਅਸੀਂ ਜੀ ਚਲੋ ਜੀ ਉਹਨਾਂ ਨੂੰ ਟੈਕਸ ਵੀ ਲਾ ਦਿਆਂਗੇ, ਅਸੀਂ MSP ਵੀ ਤੁਹਾਨੂੰ ਗਰੰਟੀ ਕਰ ਦਿਆਂਗੇ, ਲਿਖ ਦਿਆਂਗੇ, ਤੁਹਾਨੂੰ ਮਿਲੇ। ਲੇਕਿਨ ਕਿਸਾਨ ਕਹਿੰਦੇ ਨਾ, ਇਹ ਤਿੰਨੇ ਦੇ ਤਿੰਨੇ ਲਾਅ ਵਿਡਰਾ ਕਰੋ। ਇਹ ਸਾਨੂੰ ਜਿਹੜੇ ਤੁਸੀਂ ਪ੍ਰੋਮਿਸਿਸ ਕਰ ਰਹੇ ਹੋ ਕਿ ਅਸੀਂ ਅਮੈਂਡ ਕਰ ਦਿੰਦੇ ਹਾਂ, ਜਿਹੜੇ ਲਾਅ ਬਣਾਏ 3, ਜਿਹੜੇ 7 ਜੂਨ ਨੂੰ ਪਹਿਲੇ ਆਰਡੀਨੈਂਸ ਜਾਰੀ ਕੀਤਾ ਸੀ, ਤੇ ਫਿਰ ਸਤੰਬਰ ਵਿੱਚ ਇਹ ਦੋਨੇ ਪਾਰਲੀਮੈਂਟ ਦੇ ਹਾਊਸ, ਲੋਕ ਸਭਾ ਤੇ ਰਾਜ ਸਭਾ, ਉਹਨਾਂ ਨੇ ਪਾਸ ਕਰ ਦਿੱਤੇ। ਉਸ ਤੋਂ ਬਾਅਦ ਰਾਸ਼ਟਰਪਤੀ ਨੇ ਸਾਈਨ ਵੀ ਕਰ ਦਿੱਤੇ। ਮਤਲਬ ਹੁਣ ਇਹ ਕਾਨੂੰਨ ਬਣ ਚੁੱਕੇ ਨੇ ਤੇ ਕਿਸਾਨ ਚਾਹੁੰਦੇ ਨੇ ਇਹ ਕਾਨੂੰਨ ਵਾਪਸ ਲੈ ਜਾਣ। ਤੋਂ ਪਹਿਲਾਂ ਤਾਂ ਜੂਨ ਤੋਂ ਲੈ ਕੇ ਸਤੰਬਰ ਤੱਕ ਤੇ ਉਹ ਪੰਜਾਬ ਵਿੱਚ ਉਹਨਾਂ ਨੇ, ਕਿਸਾਨਾਂ ਨੇ ਰੇਲਾਂ ਰੋਕੀ ਰੱਖੀਆਂ। ਜਿਹੜੇ ਇਹਨਾਂ ਦੇ ਵੱਡੇ ਕੰਪਨੀਆਂ, ਜਿਹੜੇ ਕਾਰਪੋਰੇਟ ਹਾਊਸਿਸ ਨੇ, ਰਿਲਾਇੰਸ ਜਾਂ ਅਡਾਨੀ, ਇਹਨਾਂ ਦੇ ਪੈਟਰੋਲ ਪੰਪ ਜਾਂ ਸਟੋਰ ਉਹ ਵੀ ਬੰਦ ਰੱਖੇ। ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਤੇ ਧਰਨਾ ਲਾਈ ਰੱਖਿਆ। ਫਿਰ 25-26 ਨਵੰਬਰ ਨੂੰ ਉਹਨਾਂ ਨੇ ਕਿਹਾ, ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਦਿੱਲੀ ਜਾ ਕੇ ਘੇਰਾਂਗੇ। ਤਾਂ 25-26 ਸਤੰਬਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਸ਼ੁਰੂ ਕਰ ਦਿੱਤਾ। ਉਹਦੇ ਵਿੱਚ ਕਿੰਨੇ ਸਾਰੇ ਟਰੈਕਟਰ, ਹਰ ਇੱਕ ਟਰੈਕਟਰ ਤੇ ਉੱਤੇ ਤਰਪਾਲ ਲੱਗੀ ਹੈ, ਵਿੱਚ ਉਹਨਾਂ ਨੇ ਬੈੱਡ ਵੀ ਲਾਏ ਹੋਏ ਨੇ, ਵਿੱਚ 6-6 ਮਹੀਨੇ ਦਾ ਫੂਡ ਗ੍ਰੇਨ ਸਟੋਰ ਕੀਤੇ ਹੋਏ ਨੇ, ਆਪਣਾ ਫਿਊਲ ਨਾਲ ਲੈ ਕੇ ਗਏ ਨੇ, ਆਪਣਾ ਸਾਰਾ ਸਮਾਨ, ਬਿਸਤਰੇ, ਕੰਬਲ, ਚਾਦਰਾਂ, ਨਹਾਉਣ ਦਾ ਸਮਾਨ, ਸਾਰਾ ਕੁਝ ਸਮਾਨ ਵਿੱਚ, ਈਵਨ ਟੈਲੀਫੋਨ ਚਾਰਜ ਕਰਨ ਦੇ ਉਹ ਵੀ ਲਾਏ ਹੋਏ ਨੇ। ਸੋ ਬਿਜਲੀ ਫਿੱਟ ਕੀਤੀ ਹੈ ਉਹਦੇ ਵਿੱਚ, ਸਾਰਾ ਕੁਝ ਕੀਤਾ। ਤੇ ਟਰਾਲੀਆਂ ਨੂੰ ਬਿਲਕੁਲ ਬਣਾ ਕੇ ਉਹਨਾਂ ਨੇ ਇਹ ਸੋਚ ਕੇ ਕਿ ਅਸੀਂ ਹੁਣ 5-6 ਮਹੀਨੇ ਐਜੀਟੇਸ਼ਨ ਚੱਲੇਗਾ, ਅਸੀਂ ਉੱਥੇ ਹੀ ਰਹਾਂਗੇ, ਉੱਥੇ ਹੀ ਰਹਿਣਾ, ਤੇ ਸਾਰਾ ਘਰਾਂ ਵਿੱਚੋਂ ਉਹ ਸਮਾਨ ਲੈ ਕੇ ਉਹਨਾਂ ਦਿੱਲੀ ਵੱਲ ਜਾਣਾ ਸ਼ੁਰੂ ਕਰ ਦਿੱਤਾ। ਹੁਣ ਹਰਿਆਣਾ ਵਿੱਚ BJP ਦੀ ਸਰਕਾਰ ਹੈ, ਉਹਨਾਂ ਨੇ ਕਿਹਾ ਕਿ ਪੰਜਾਬ ਤੋਂ ਲੋਕ ਆ ਰਹੇ ਨੇ, ਇਹਨਾਂ ਨੂੰ ਰੋਕੋ। ਤੇ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤੇ ਜਦੋਂ ਕੋਸ਼ਿਸ਼ ਕੀਤੀ 25 ਤੇ 26 ਨਵੰਬਰ ਨੂੰ, ਉਹਨਾਂ ਕਿਸਾਨਾਂ ਦੇ ਜਿਹੜੇ ਬਿਲਕੁਲ ਪੀਸਫੁਲ ਜਾ ਰਹੇ ਸੀ, ਉਹਨਾਂ ਤੇ ਅਥਰੂ ਗੈਸ ਛੱਡੀ, ਉਹਨਾਂ ਤੇ ਵਾਟਰ ਕੈਨਨ ਚਲਾਏ, ਉਹਨਾਂ ਤੇ ਟੀਅਰ ਗੈਸ ਸ਼ੈਲ ਚਲਾਏ, ਉਹਨਾਂ ਤੇ ਕਈ ਥਾਵਾਂ ਤੇ ਲਾਠੀ ਚਾਰਜ ਵੀ ਕੀਤਾ। ਤੇ ਸੜਕਾਂ ਤੇ ਵੱਡੀਆਂ ਖਾਈਆਂ, ਟੋਏ ਪੱਟ ਤੇ ਕਿ ਉਹ ਟਰੈਕਟਰ ਅੱਗੇ ਨਾ ਜਾ ਸਕਣ। ਵੱਡੇ ਬੋਲਡਰਸ, ਬਹੁਤ ਵੱਡੇ ਪੱਥਰ ਬੋਲਡਰਸ ਰੱਖਤੇ ਤਾਂ ਜੋ ਮੂਵਮੈਂਟ ਨਾ ਹੋ ਸਕੇ। ਤੇ ਬਹੁਤ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਕਿ ਉਹਨਾਂ ਨੇ ਹਰ ਤਰ੍ਹਾਂ ਦੀਆਂ ਕਿ ਇਹਨਾਂ ਨੂੰ ਮੂਵਮੈਂਟ ਨਾ ਕੀਤੀ ਜਾਵੇ। ਲੇਕਿਨ ਕਿਸਾਨ ਇੰਨੇ ਡਿਟਰਮਿਨਡ ਸੀ, ਇੰਨੇ ਉਹ ਪੀਸਫੁਲ, ਤੇ ਉਹਨਾਂ ਨੇ ਹਰੇਕ ਹਰਡਲ ਨੂੰ ਪਰੇ ਕਰਤਾ। ਜਿੰਨੇ ਵੱਡੇ ਬੋਰਡਰ ਸੀ ਸਾਰੇ ਚੱਕ ਕੇ ਪਰੇ ਕਰ ਦਿੱਤੇ, ਜਿੰਨੇ ਬੈਰੀਕੇਡ ਲਾਏ ਸੀ ਸਾਰੇ ਰਿਮੂਵ ਕਰ ਦਿੱਤੇ, ਤੇ ਆਪਣਾ ਤੇ ਜਿਹੜੇ ਆ ਪਾਏ ਸੀ, ਖੱਡੇ ਪਾਏ ਸੀ, ਉਹ ਭਰ ਕੇ ਉਹਨਾਂ ਨੇ ਆਪਣੀ ਮੂਵਮੈਂਟ ਜਾਰੀ ਰੱਖੀ, ਤੇ ਉਹ ਦਿੱਲੀ ਬਾਰਡਰ ਤੱਕ ਪਹੁੰਚ ਗਏ, ਜਿਹਦੇ ਵਿੱਚ ਕਾਫੀ ਕਿਸਾਨਾਂ ਨੂੰ ਸੱਟਾਂ ਵੀ ਲੱਗੀਆਂ। ਮੌਸਮ ਵੀ ਠੰਡ ਦਾ, ਉਹ ਜੀ ਠੰਡਾ ਪਾਣੀ ਤੁਸੀਂ ਇੰਨੀ ਤੇਜ਼ ਸਪੀਡ ਨਾਲ ਮਾਰਨਾ ਜਾਂ ਅਥਰੂ ਗੈਸ ਸ਼ੈਲ ਚਲਾਉਣੇ, ਇਹ ਮਤਲਬ ਲੋਕਾਂ ਨੇ ਬਹੁਤ ਕ੍ਰਿਟਿਸਾਈਜ਼ ਕੀਤਾ ਕਿ ਇੱਕ ਡੈਮੋਕ੍ਰੈਟਿਕ ਕੰਟਰੀ ਵਿੱਚ ਜੇ ਲੋਕੀ ਆਪਣਾ ਪੀਸਫੁਲ ਪ੍ਰੋਟੈਸਟ ਨਹੀਂ ਕਰ ਸਕਦੇ, ਜੇ ਉਹਨਾਂ ਨੂੰ ਕੋਈ ਤਕਲੀਫ ਹੈ, ਤਾਂ ਇਹ ਕੀ ਗੱਲ ਹੋਈ ਬਣੀ। ਤਾਂ ਸਾਰੇ ਵਰਲਡ ਵਿੱਚ ਉਹਦਾ ਮੈਸੇਜ ਗਿਆ, ਸਾਰੇ ਵਰਲਡ ਤੋਂ ਕ੍ਰਿਟਿਸਿਜ਼ਮ ਸ਼ੁਰੂ ਹੋ ਗਈ, ਕੈਨੇਡਾ ਤੋਂ, ਇੰਗਲੈਂਡ ਤੋਂ, ਆਸਟ੍ਰੇਲੀਆ ਤੋਂ, ਕਿ ਇਹ ਤਾਂ ਇੱਕ ਡੈਮੋਕ੍ਰੇਸੀ ਨੂੰ ਕਿਲ ਕਰਨ ਦੀ ਗੱਲ ਹੋ ਰਹੀ ਹੈ, ਕਿ ਤੁਸੀਂ ਲੋਕਾਂ ਦੇ ਡੈਮੋਕ੍ਰੈਟਿਕ ਰਾਈਟਸ ਵੀ ਖੋ ਰਹੇ ਹੋ, ਉਹਨਾਂ ਨੂੰ ਪ੍ਰੋਟੈਸਟ ਕਰਨ ਵੀ ਨਹੀਂ ਦੇ ਰਹੇ। ਤੋ ਹੌਲੀ ਉਹਨਾਂ ਨੇ ਫਿਰ ਅਲਟੀਮੇਟਲੀ ਜਦੋਂ ਗਵਰਨਮੈਂਟ ਨੇ ਦੇਖਿਆ ਕਿਸਾਨ ਦਾ ਸਟਰੈਂਥ ਇੰਨੀ ਹੈ, ਇੰਨੇ ਲਾਰਜ ਨੰਬਰ 'ਚ ਆ ਰਹੇ ਨੇ, ਇੰਨੇ ਡਿਟਰਮਿੰਡ ਨੇ, ਉਹ ਤਾਂ ਪਿੱਛੇ ਨਹੀਂ ਹਟਣਗੇ। ਉਹਨਾਂ ਨੇ ਕਿਹਾ ਕਿ ਤੁਸੀਂ ਦਿੱਲੀ ਵਿੱਚ ਜਦੋਂ ਤੁਸੀਂ ਐਂਟਰ ਕਰਦੇ ਹੋ, ਉੱਥੇ ਇੱਕ ਬਹੁਤ ਵੱਡਾ
ਮੈਦਾਨ ਹੈ ਜਿਹਨੂੰ ਕਹਿੰਦੇ ਬਰਾੜੀ, ਜਿੱਥੇ ਅਕਸਰ ਨਿਰੰਕਾਰੀ ਆਪਣਾ ਸਮਾਗਮ ਕਰਦੇ ਨੇ, ਬਹੁਤ ਵੱਡੀ ਖੁੱਲੀ ਬਹੁਤ ਵੱਡੀ ਜਗ੍ਹਾ, ਕਿ ਉੱਥੇ ਤੁਸੀਂ ਆ ਕੇ ਬਹਿ ਜਾਓ। ਕਿਸਾਨਾਂ ਨੇ ਕਿਹਾ ਨਹੀਂ, ਅਸੀਂ ਉੱਥੇ ਨਹੀਂ ਬੈਠਾਂਗੇ, ਕਿ ਜੇ ਉੱਥੇ ਆ ਕੇ ਅਸੀਂ ਬੈਠਾਂਗੇ ਤਾਂ ਮਤਲਬ ਤੁਸੀਂ ਸਾਨੂੰ ਘੇਰ ਲਓਗੇ ਤੇ ਅਸੀਂ ਤੁਹਾਡੇ ਪ੍ਰੋਟੈਸਟ ਨਹੀਂ ਕਰ ਸਕਾਂਗੇ ਦਿੱਲੀ ਪਾਰਲੀਮੈਂਟ 'ਤੇ ਆ ਕੇ ਜਾਂ ਹੋਰ ਥਾਵਾਂ 'ਤੇ। ਉਹਨਾਂ ਨੇ ਰਿਫਿਊਜ਼ ਕਰਤਾ, ਉਹਨਾਂ ਨੇ ਕਿਹਾ ਅਸੀਂ ਬਾਰਡਰ 'ਤੇ ਹੀ ਬੈਠਾਂਗੇ। ਸੋ ਹੁਣ ਜਿਹੜੇ ਬਾਰਡਰ ਦਿੱਲੀ ਦੇ ਹਰਿਆਣਾ ਨਾਲ ਲੱਗਦੇ ਨੇ, ਉਹ ਸਾਰੇ ਬਾਰਡਰ ਉਹਨਾਂ ਨੇ ਨਵੰਬਰ ਤੋਂ ਬੰਦ ਕਰ ਦਿੱਤੇ। ਬਹਿ ਕੇ ਕਿਸਾਨ ਉੱਥੇ ਧਰਨਾ ਲਾ ਕੇ ਪੀਸਫੁਲੀ, ਉੱਥੇ ਉਹਨਾਂ ਨੇ ਆਪਣੇ ਕਿਚਨ ਚਲਾ ਲਏ, ਉੱਥੇ ਉਹਨਾਂ ਨੇ ਬਹਿ ਕੇ ਆਪਣੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਆਪਣੇ ਰੈਲੀਆਂ ਸ਼ੁਰੂ ਕਰ ਦਿੱਤੀਆਂ ਪੀਸਫੁਲ, ਤੇ ਆਪਣਾ ਐਜੀਟੇਸ਼ਨ ਸ਼ੁਰੂ ਕਰਤਾ। ਤੇ ਗਵਰਨਮੈਂਟ ਨੇ ਉਹਨਾਂ ਨੂੰ ਫਿਰ ਇਨਵਾਈਟ ਕੀਤਾ ਟਾਕਸ ਲਈ। ਸੋ 5-6 ਰਾਊਂਡ ਟਾਕਸ ਤੇ ਹੋਏ, ਜਿਹਦੇ ਵਿੱਚ ਆਹੀ ਗੱਲਾਂ ਜਿਹੜੀਆਂ ਮੈਂ ਪਹਿਲਾਂ ਕਹੀਆਂ ਕਿ ਅਸੀਂ ਉਹਨਾਂ ਨੂੰ ਟੈਕਸ ਲਾ ਦਾਂਗੇ, ਅਸੀਂ ਤੁਹਾਡੀ ਜ਼ਮੀਨ ਕੁਰਕ ਨਹੀਂ ਕਰ ਸਕਣਗੇ, ਉਹ MSP ਬਣੀ ਰਹੇਗੀ, ਚਲਦੀ ਰਹੇਗੀ, ਜਿਹੜੀਆਂ ਪੁਰਾਣੀਆਂ ਮੰਡੀਆਂ ਨੇ, ਸਰਕਾਰੀ ਮੰਡੀਆਂ ਨੇ, ਉਹ ਵੀ ਚਲਦੀਆਂ ਰਹਿਣਗੀਆਂ, ਪ੍ਰਾਈਵੇਟ ਮੰਡੀਆਂ ਜੇ ਬਣਦੀਆਂ ਤਾਂ ਉਹ ਸਰਕਾਰੀ ਮੰਡੀਆਂ ਨੂੰ ਅਫੈਕਟ ਨਹੀਂ ਕਰਨਗੀਆਂ, ਸਰਕਾਰ ਖਰੀਦੀ ਜਾਏਗੀ। ਲੇਕਿਨ ਕਿਸਾਨਾਂ ਨੇ ਕਿਹਾ ਕਿ ਨਹੀਂ, ਸਾਨੂੰ ਇਹ ਅਮੈਂਡਮੈਂਟਸ ਮਨਜ਼ੂਰ ਨਹੀਂ, ਅਸੀਂ ਚਾਹੁੰਦੇ ਹਾਂ ਕਿ ਇਹ ਤਿੰਨੇ ਦੇ ਤਿੰਨੇ ਬਿੱਲ ਟੋਟਲੀ ਵਿਡਰਾ ਕੀਤੇ ਜਾਣ, ਔਰ ਜੋ ਸਟੇਟਸ ਕੋ ਸੀ ਪਹਿਲਾਂ ਸੀ ਉਹ ਉੱਦਾਂ ਹੀ ਚੱਲੇ, ਪਰ ਉਹਦੇ ਨਾਲ ਨਾਲ MSP ਤੇ ਹੀ ਸਾਰੀ ਫਸਲ ਖਰੀਦੀ ਜਾਏਗੀ। ਇਹ ਕਾਨੂੰਨ ਬਣਾਓ। ਨੰਬਰ 2, ਜਿਹੜਾ ਤੁਸੀਂ ਕਹਿੰਦੇ ਹੋ ਕਿ ਜਦੋਂ ਅਸੀਂ ਝੋਨਾ ਕੱਟ ਲੈਂਦੇ ਹਾਂ, ਜਿਹੜੀ ਪਰਾਲੀ ਸਾੜਦੇ ਹਾਂ, ਉਹਦਾ ਜਿਹੜਾ ਤੁਸੀਂ ਕਿਹਾ ਕਿ 5 ਸਾਲ ਦੀ ਸਜ਼ਾ ਤੇ 1 ਕਰੋੜ ਰੁਪਏ ਜੁਰਮਾਨਾ, ਇਹ ਕਾਨੂੰਨ ਨਹੀਂ ਬਣਨਾ ਚਾਹੀਦਾ, ਇਹਨੂੰ ਬੰਦ ਕਰੋ। ਕਿਉਂਕਿ ਸਾਨੂੰ ਜਾਂ ਤਾਂ ਤੁਸੀਂ ਆਲਟਰਨੇਟ ਦਿਓ ਕੋਈ, ਜਿਹਦੇ ਨਾਲ ਅਸੀਂ ਪਰਾਲੀ ਨੂੰ ਖਤਮ ਕਰ ਸਕੀਏ। ਪਰ ਇੰਨਾ ਵੱਡਾ ਹੈ ਕਿ 2 ਏਕੜ, 2.5 ਏਕੜ, 3 ਏਕੜ ਜ਼ਮੀਨ ਆ, ਤੁਸੀਂ 1 ਕਰੋੜ ਰੁਪਏ ਜੁਰਮਾਨਾ ਲਾ ਦੋਗੇ ਜਾਂ ਇੰਨੀ ਸਜ਼ਾ ਦੇ ਦੋਗੇ, ਇਹ ਮਨਜ਼ੂਰ ਨਹੀਂ। ਤੇ ਨੰਬਰ 3, ਇੱਕ ਨਵਾਂ ਬਿੱਲ ਜਿਹੜਾ ਹੋਰ ਲੈ ਕੇ ਆ ਰਹੇ ਸੀ ਕਿ ਇਲੈਕਟ੍ਰਿਸਿਟੀ ਨੂੰ ਕੰਟਰੋਲ ਕਰਨ, ਰੈਗੂਲੇਟ ਕਰਨ ਲਈ, ਉਹ ਬਿੱਲ ਵੀ ਸਾਨੂੰ ਮਨਜ਼ੂਰ ਨਹੀਂ, ਉਹ ਬਿੱਲ ਵੀ ਨਹੀਂ ਬਣਾਓਗੇ। ਸੋ 3 ਤਾਂ ਜਿਹੜੇ ਲਾਅ ਰਿਪੀਲ ਕਰਨ ਦੀ ਗੱਲ ਸੀ। ਚੌਥਾ MSP ਮੈਂਡੇਟਰੀ ਕਰਨ ਦੀ, ਕਿ ਮੈਂਡੇਟਰੀ ਹੋਵੇ, ਸਾਰੀਆਂ ਏਜੰਸੀਆਂ MSP ਤੇ ਖਰੀਦਣ, ਉਸ ਤੋਂ ਘੱਟ ਦੇ ਖਰੀਦਣਗੀਆਂ ਤਾਂ ਉਹਨਾਂ ਤੇ ਕੇਸ ਬਣ ਸਕਦਾ, ਉਹਨਾਂ ਨੂੰ ਕ੍ਰਿਮੀਨਲੀ ਚਾਰਜ ਹੋ ਜਾਣ। ਜਿਹੜਾ ਐਨਵਾਇਰਨਮੈਂਟ ਐਂਡ ਪੋਲਿਊਸ਼ਨ ਵਾਲਾ ਸੀ ਪਰਾਲੀ ਸਾੜਨ ਦਾ, ਇਹਨੂੰ ਚੇਂਜ ਕੀਤਾ ਜਾਵੇ, ਇਹਨੂੰ ਖਤਮ ਕੀਤਾ ਜਾਵੇ, ਤੇ ਜਿਹੜਾ ਇਲੈਕਟ੍ਰਿਸਿਟੀ ਐਕਟ ਬਣਾਉਣ ਸੀ ਉਹ ਵਿੱਚ ਹੀ ਰੋਕ ਦਿੱਤਾ ਜਾਵੇ। ਸੋ ਇਹ 6 ਮੇਨ ਡਿਮਾਂਡਾਂ ਹੋ ਗਈਆਂ ਕਿਸਾਨਾਂ ਦੀਆਂ, ਜਿਨ੍ਹਾਂ ਦੇ ਉਹ ਕਹਿੰਦੇ ਨੇ ਕਿ ਕੇਂਦਰ ਸਰਕਾਰ ਸਾਨੂੰ ਅਸ਼ੋਰੈਂਸ ਦੇਵੇ, ਪਾਰਲੀਮੈਂਟ ਦਾ ਸੈਸ਼ਨ ਬੁਲਾਵੇ, ਤੇ ਸੈਸ਼ਨ ਬੁਲਾ ਕੇ ਜਿਹੜੇ ਲਾਅ ਬਣਾਏ ਨੇ ਇਹਨਾਂ ਨੂੰ ਖਤਮ ਕਰੇ। ਸੋ ਉਹ ਹੁਣ ਗੱਲ ਜਿਹੜੀ ਹੈ ਉਹ ਦਿੱਲੀ ਵਿੱਚ ਪਹੁੰਚੇ ਹੋਏ ਨੇ, ਤੇ ਅੱਜ ਉਹਨਾਂ ਨੇ UP ਵੱਲ ਵੀ, ਰਾਜਸਥਾਨ ਵੱਲ ਵੀ ਸੜਕ ਬੰਦ ਕਰਤੀ। ਰਾਜਸਥਾਨ ਵੱਲ ਜਿਹੜੇ ਸੜਕ ਜਾਂਦੀ ਹੈ ਰਾਜਸਥਾਨ ਤੇ ਹਰਿਆਣਾ ਬਾਰਡਰ ਦੇ ਰਿਵਾੜੀ ਦੇ, ਉੱਥੇ ਸ਼ਾਹਜਹਾਂਪੁਰ ਤੇ, ਉੱਥੇ ਵੀ ਅੱਜ ਬਲੌਕੇਡ ਲਗਾ ਦਿੱਤਾ। ਤੇ ਅੱਜ ਕਿਸਾਨ ਲੀਡਰ ਨੇ ਦਿੱਲੀ ਵਿੱਚ ਜਿੱਥੇ ਬੈਠੇ ਨੇ ਬਰਾੜੀ, ਜਾਂ ਜਿੱਥੇ ਉਹ ਸਿੰਘਪੁਰ ਬਾਰਡਰ ਤੇ, ਟਿਕਰੀ ਬਾਰਡਰ ਤੇ, ਉੱਥੇ ਉਹਨਾਂ ਨੇ ਭੁੱਖ ਹੜਤਾਲ ਰੱਖੀ, 1 ਦਿਨ ਦੀ ਅੱਜ ਰੱਖੀ ਸੀ, ਸਵੇਰੇ 8 ਤੋਂ ਲੈ ਕੇ ਸ਼ਾਮ 5 ਵਜੇ ਤੱਕ। ਉਹ ਸਾਰੇ ਪੰਜਾਬ ਹਰਿਆਣਾ ਵਿੱਚ ਡਿਸਟ੍ਰਿਕਟ ਹੈਡਕੁਆਰਟਰਸ ਤੇ DC ਦੇ ਦਫ਼ਤਰਾਂ ਦੇ ਬਾਹਰ ਧਰਨੇ ਵੀ ਲਾਏ। ਸੋ ਇਹ ਹੈ ਲੇਟੈਸਟ ਸਿਚੁਏਸ਼ਨ ਐਜੀਟੇਸ਼ਨ ਦੀ। ਔਰ ਸਰਕਾਰ ਕਹਿੰਦੀ ਹੈ ਕਿ ਅਸੀਂ ਹੁਣ ਵੀ ਗੱਲਬਾਤ ਕਰਨ ਨੂੰ ਤਿਆਰ ਹਾਂ, ਪਰ ਅਸੀਂ ਇਹ ਕਾਨੂੰਨ ਵਾਪਸ ਨਹੀਂ ਲੈਣੇ, ਅਸੀਂ ਜਿੰਨੀਆਂ ਚੇਂਜਸ ਕਹਿਣਗੇ, ਅਮੈਂਡਮੈਂਟ ਕਹਿਣਗੇ, ਉਹ ਕਰ ਦਿਆਂਗੇ। ਅਸੀਂ ਇਹ ਅਮੈਂਡਮੈਂਟ ਭੇਜੀਆਂ ਨੇ, ਹੁਣ ਕਿਸਾਨਾਂ ਦੀ ਵਾਰੀ ਹੈ ਕਿ ਉਹ ਦੱਸਣ ਕਿ ਕਦੋਂ ਗੱਲਬਾਤ ਕਰਨਗੇ। ਕਿਸਾਨ ਕਹਿੰਦੇ ਨੇ ਕਿ ਸਾਡਾ 1 ਪੁਆਇੰਟ ਏਜੰਡਾ, ਕਿ ਕਾਨੂੰਨ ਤਿੰਨੇ ਵਾਪਸ ਲਓ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ। ਸਾਨੂੰ ਹਾਂ ਜਾਂ ਨਾ ਕੋਈ ਜਵਾਬ ਦਿਓ ਕਿ ਇਹ ਕਾਨੂੰਨ ਤੁਸੀਂ ਵਾਪਸ ਕਰੋਗੇ ਕਿ ਨਹੀਂ ਕਰੋਗੇ। ਸੋ ਹੁਣ ਗੱਲ ਇੱਥੇ ਫਸੀ ਹੋਈ ਹੈ। ਕੇਂਦਰ ਸਰਕਾਰ ਨਹੀਂ ਕਹਿ ਰਹੀ ਕਿ ਅਸੀਂ ਇਹ ਕਾਨੂੰਨ ਵਾਪਸ ਲਵਾਂਗੇ, ਉਹ ਕਹਿੰਦੇ ਅਸੀਂ ਅਮੈਂਡਮੈਂਟ ਕਰਾਂਗੇ। ਕਿਸਾਨ ਕਹਿੰਦੇ ਨੇ ਕਿ ਨਹੀਂ, ਸਾਨੂੰ ਅਮੈਂਡਮੈਂਟਸ ਨਹੀਂ, ਕਾਨੂੰਨ ਵਾਪਸ ਲਓ। ਇਹ ਹੈ ਸਿਚੁਏਸ਼ਨ। ਹੁਣ ਇਹਦੇ ਚ ਮੋਦੀ, ਅਡਾਨੀ ਤੇ ਹੋਰ ਕੁਝ ਕੰਪਨੀਆਂ ਹੈਗੀਆਂ, ਇਹਦੇ ਚ ਉਹਨਾਂ ਦਾ ਕਿੰਨਾ ਹੱਥ ਹੈ ਇਹਦੇ ਚ? ਮਤਲਬ ਕਿੱਥੋਂ ਸ਼ੁਰੂ ਕਿੱਥੋਂ ਹੈ? ਸਾਰਾ ਕੁਝ ਉਹ ਵੇਚਣਗੇ ਜੀ, ਸਾਰਾ ਕੁਝ ਉਹ ਖਰੀਦਣਗੇ, ਸਾਰਾ ਕੁਝ ਉਹ ਵੇਚਣਗੇ। ਇਹ ਹੁਣ 2 ਸਾਲ ਤੋਂ 3 ਸਾਲ ਤੋਂ ਬਹੁਤ ਮਗਰ ਲੱਗੇ ਹੋਏ ਆ। ਲਾਭ ਬਣਵਾ ਲਿਆ ਸਾਲ ਕੀ, ਕਰੋਨਾ ਨਾਲ ਲੜ ਰਹੇ ਇਹਨਾਂ ਨੇ, ਲਾਭ ਬਣਵਾ ਲਿਆ ਉਹਨਾਂ ਦੇ ਨਾਲ। ਤੇ ਮੈਂ ਸੁਣਿਆ ਕਿ ਕਿਸੇ ਨੂੰ ਦੱਸਿਆ ਵੀ ਨਹੀਂ, ਕਿ ਚੁੱਪਚਾਪ ਲਾਅ ਪਾਸ ਹੋ ਗਿਆ ਸੀਗਾ ਤੇ ਕਿਸੇ ਨੂੰ ਖਬਰ ਵੀ ਨਹੀਂ ਹੋਈ, ਬਿਨਾਂ ਕੋਈ ਗੱਲ ਹੋਏ। ਪਾਰਲੀਮੈਂਟ ਤੇ ਗਿਆ ਸੀ ਲਾਅ, ਉਹਦੀ ਤਾਂ ਚਲੋ ਵੋਟਾਂ ਪਾਈਆਂ, ਬਹਿਸ ਜ਼ਿਆਦਾ ਨਹੀਂ ਹੋਈ, ਫਟਾਫਟ 2 ਦਿਨਾਂ 'ਚ ਪਾਸ ਕੀਤਾ, 2 ਦਿਨ 'ਚ ਰਾਜ ਸਭਾ ਪਾਸ ਕੀਤਾ, ਤੇ 1 ਦਿਨ ਉਹਦੇ ਰਾਸ਼ਟਰਪਤੀ ਦਾ ਸਾਈਨ ਵੀ ਕਰਾਤੇ। ਇੱਕ ਇਹਦੇ ਪਹਿਲੇ ਪਬਲਿਕ ਰੀਡਿੰਗ ਹੁੰਦੀ ਹੈ, ਪਬਲਿਕ ਦਾ ਓਪੀਨੀਅਨ ਜਨਰੇਟ ਕੀਤਾ ਜਾਂਦਾ, ਕਿਸਾਨ ਲੀਡਰ ਨਾਲ ਗੱਲਬਾਤ ਕਰਨੀ ਚਾਹੀਦੀ ਸੀ, ਸਾਰਾ ਕੁਝ ਕੀਤਾ ਜਾਣਾ ਚਾਹੀਦਾ ਸੀ।
ਪਰ ਕੁਝ ਨਹੀਂ ਕੀਤਾ। ਤੇ ਹੁਣ ਤੁਸੀਂ ਦੱਸ ਰਹੇ ਸੀ ਕਿ ਪਿਛਲੇ 100 ਸਾਲਾਂ 'ਚ ਤਾਂ ਕਦੀ ਕਾਰਪੋਰੇਟ ਨੇ ਕਦੀ ਕੋਈ ਫਾਇਦਾ ਦਿੱਤਾ ਨਹੀਂ ਕਿਸਾਨਾਂ ਨੂੰ, ਤੇ ਹੁਣ ਕਿੱਦਾਂ ਫਾਇਦਾ ਹੋ ਜਾਏਗਾ? ਇੱਕ ਤਾਂ ਜਿੰਨੇ ਤੁਸੀਂ ਦੱਸਿਆ ਕਿ ਇੱਕ ਤਾਂ MSP ਜੋ ਹੈਗਾ, ਪਹਿਲੀ ਗੱਲ ਤਾਂ ਸਰਕਾਰ ਪਹਿਲਾਂ ਤੋਂ ਹੀ MSP ਤੋਂ ਥੱਲੇ ਰੇਟ ਤੇ ਲੈ ਰਹੀ ਹੈ ਸਾਰਾ ਫਸਲ ਵਗੈਰਾ। ਪ੍ਰਾਈਵੇਟ ਸੈਕਟਰ ਲੈ ਰਿਹਾ ਥੱਲੇ ਰੇਟ। ਅੱਛਾ। ਆਹ ਤਾਂ ਖਰੀਦੀ ਹੈ MSP ਤੇ। ਅੱਛਾ, ਸਰਕਾਰ MSP ਤੇ ਖਰੀਦਦੀ ਹੈ, ਪ੍ਰਾਈਵੇਟ ਪਲੇਅਰ ਜੋ ਹੈਗੇ ਹੈ ਕਾਰਪੋਰੇਟ ਉਹ ਘੱਟ ਤੇ ਲੈਂਦੇ, ਤੇ ਮਤਲਬ ਜਿਹੜੇ 1600 ਦਾ ਹੈ ਤੇ ਉਹਨਾਂ ਨੇ 1300 ਤੱਕ ਦਾ ਰੇਟ ਵੀ ਰੱਖਿਆ ਹੋਇਆ ਹੈ। ਸਰਕਾਰ ਨੂੰ ਹੌਲੀ ਕਹਿਣਗੇ ਨਾ ਪ੍ਰਾਈਵੇਟ ਸੈਕਟਰ ਵਾਲੇ ਕਿ ਤੁਸੀਂ ਬਾਹਰ ਨਿਕਲ ਜਾਓ, ਤੁਸੀਂ ਨਾ ਖਰੀਦੋ, ਅਸੀਂ ਆਪੇ ਖਰੀਦਾਂਗੇ। ਉਹ ਤਾਂ ਮਤਲਬ ਬਸ ਜਿੱਦਾਂ ਕਹਿੰਦੇ ਨੇ ਟ੍ਰਾਂਜੀਸ਼ਨ ਪੀਰੀਅਡ ਹੋਏਗਾ ਕਿ ਬਸ ਥੋੜੀ ਦੇਰ ਤੁਸੀਂ ਖਰੀਦ ਲਓ, 2-3 ਸਾਲ 4 ਸਾਲ, ਹੌਲੀ ਅਸੀਂ ਟੇਕ ਓਵਰ ਕਰ ਲਾਂਗੇ, ਤੁਸੀਂ ਆਪਣੇ MSP ਬੰਦ ਕਰ ਦਿਓ, ਅਸੀਂ ਆਪਣੇ ਆਪ 1200 1300 1800 ਨਹੀਂ ਕਿਸੇ ਨੂੰ ਦੇਣਾ, ਅਸੀਂ ਆਪਣੇ ਆਪ ਖਰੀਦਾਂਗੇ। ਤੇ ਕਿਸਾਨਾਂ ਦੀ ਮਜਬੂਰੀ ਹੋਏਗੀ ਵੇਚਣਾ ਉਹਨਾਂ ਨੂੰ। ਤੇ ਇਹਦੇ 'ਚ ਹੁਣ ਮੋਦੀ ਦਾ ਕਿੰਨਾ ਹੱਥ ਹੈ? ਮਤਲਬ ਇਹਦੇ 'ਚ ਹੁਣ ਸਾਰੇ ਕਹਿੰਦੇ ਕਿ ਵੀ ਇਟਸ ਆਲ ਮੋਦੀ ਗਲਤ ਹੈ, ਮਤਲਬ ਇਹ ਐਕਚੁਅਲੀ ਸਾਰਾ ਮੋਦੀ ਦਾ ਹੈ ਕਿ ਇਹਦੇ ਪਿੱਛੇ ਹੈ ਕੌਣ? ਮੋਦੀ ਦੇ ਸ਼ਾਹ ਐਂਡ ਕਾਰਪੋਰੇਟ ਵਰਲਡ ਜਿਹੜੇ ਉਹਨੂੰ ਫਾਈਨੈਂਸ ਕਰਦੇ, ਸਪੋਰਟ ਕਰਦੇ ਆ, ਮਤਲਬ ਉਹਦੀ ਪਾਰਟੀ ਨੂੰ ਫੰਡਿੰਗ ਦਿੰਦੇ ਆ ਤੇ ਉਹ ਹੁਣ ਇਹ ਕਰਾ ਰਿਹਾ। ਹੁਣ ਇਹਦੇ 'ਚ ਕਿਸਾਨਾਂ ਦਾ ਸ਼ਾਰਟ ਟਰਮ ਤੇ ਲੌਂਗ ਟਰਮ ਕੀ ਨੁਕਸਾਨ ਹੈ ਤੇ ਇੰਡੀਆ ਦਾ ਕੀ ਨੁਕਸਾਨ ਹੈਗਾ? ਬਿਕਾਜ਼ ਸ਼ਾਰਟ ਟਰਮ ਵਿੱਚ ਤਾਂ ਉਹਨਾਂ ਨੇ ਦੇਤਾ ਕਾਰਪੋਰੇਟ ਨੂੰ, ਰਾਈਟ? ਅਨਇੰਪਲੋਇਮੈਂਟ ਵਧੇਗੀ ਹੋਰ, ਕਿਉਂਕਿ ਛੋਟੇ ਕਿਸਾਨ ਕੰਮ ਕਰਦੇ ਨੇ, ਆਪਣੀ ਰੋਟੀ ਆਪ ਕਮਾਉਂਦੇ ਨੇ, ਉਹ ਫਿਰ ਗੁਲਾਮ ਹੋ ਜਾਣਗੇ, ਜ਼ਮੀਨਾਂ ਲੈ ਲੇਗੀ ਉਹਨਾਂ ਨੂੰ। ਜੇ ਉਹ ਨਹੀਂ ਵੀ ਦਿੰਦੇ ਜ਼ਮੀਨ ਆਪਣੀ, ਨਹੀਂ ਵੀ ਕਰਦੇ ਕੰਟਰੈਕਟ ਫਾਰਮਿੰਗ, ਉਹਨਾਂ ਦੀ ਸਬਜ਼ੀ ਕਿਸੇ ਨੇ ਖਰੀਦਣੀ ਨਹੀਂ, ਕਿਉਂਕਿ ਜੇ ਅਡਾਨੀ ਅੰਬਾਨੀ 5 ਰੁਪਏ ਕਿਲੋ ਗੋਭੀ ਵੇਚਣਗੇ ਤਾਂ ਵਿਚਾਰਾ ਕਿਸਾਨ ਗਰੀਬ 10 ਰੁਪਏ ਗੋਭੀ ਕੌਣ ਖਰੀਦੇਗਾ ਉਹਦੇ ਕੋਲੋਂ? ਉਹ ਤਾਂ ਵੈਸੇ ਹੀ ਮਰ ਜਾਣਗੇ ਨਾ। ਉਹ ਕਿੱਦਾਂ ਇੰਨੇ ਵੱਡੇ ਜਾਇੰਟਸ ਨਾਲ ਕਿੱਦਾਂ ਕੰਪੀਟ ਕਰਨਗੇ? ਛੋਟੇ ਕਿਸਾਨ ਜਿਹੜੇ 10 ਕਿਲੋ 20 ਕਿਲੋ ਜਿਨ੍ਹਾਂ ਦੀ ਫਸਲ ਰੋਜ਼ ਹੁੰਦੀ ਹੈ ਤਿਆਰ, ਸਬਜ਼ੀ ਰੋਜ਼, ਤੇ ਉਹ ਕਿੱਥੇ ਜਾਣਗੇ? ਉਹਨਾਂ ਕੋਲ ਕਿਹੜਾ ਕੋਈ ਕੋਲਡ ਸਟੋਰੇਜ ਹੈ ਜਾਂ ਕੋਈ ਫੈਸਿਲਿਟੀਜ਼ ਹੈਗੀਆਂ ਜਿੱਥੇ ਉਹ ਸਬਜ਼ੀ ਰੱਖ ਲੈਣਗੇ, 2 ਦਿਨ ਬਾਅਦ ਵੇਚ ਦੇਣਗੇ? ਜਾਂ ਹੀ ਉਹਨਾਂ ਕੋਲ ਵੱਡੇ ਸਟੋਰ ਹੋਣਗੇ, 에ਅਰ ਕੰਡੀਸ਼ਨ ਹਾਲ ਹੋਣਗੇ, ਮਾਲਾਂ ਹੋਣਗੀਆਂ, ਉੱਥੇ ਵੇਚੀ ਜਾਣਗੇ, ਲੋਕੀ ਜਾਣਗੇ 에ਅਰ ਕੰਡੀਸ਼ਨ ਹਾਲ ਲੈ ਲੈਣਗੇ। ਹੁਣ ਧੁੱਪੇ ਖੜ ਕੇ ਰੇੜੀ ਤੇ ਕੌਣ ਲਏਗਾ ਸਬਜ਼ੀ? ਅਲਟੀਮੇਟਲੀ ਜਿਹੜੀ ਇਕਨੋਮੀ ਸਾਡੀ ਐਗਰੋ ਇਕਨੋਮੀ ਹੈ, ਸਾਡਾ ਡਿਫਰੈਂਟ ਕੰਸੈਪਟ ਹੈ, ਡਿਫਰੈਂਟ ਮਾਡਲ ਹੈ। 80% ਲੋਕ ਸਾਡੇ ਡਿਪੈਂਡੈਂਟ ਨੇ, ਆਪਣੀ ਰੋਜ਼ੀ ਆਪ ਕਮਾਉਂਦੇ ਨੇ। ਛੋਟੀ ਸਬਜ਼ੀ ਲਾਈ, ਰੇੜੀ ਲਾਈ, ਕਿਸੇ ਨੇ ਦੁਕਾਨ ਲਾਈ ਹੈ, ਕਿਸੇ ਨੇ ਕੁਛ ਕੀਤਾ ਹੋਇਆ, ਆਪਣਾ ਲਿਆਂਦਾ ਖੇਤਾਂ 'ਚ ਖਰੀਦ ਕੇ ਵੇਚ ਦਿੰਦਾ, ਆਪਣੇ ਘਰਾਂ 'ਚ ਠੇਲੇ ਆਉਂਦੇ ਨੇ ਸਬਜ਼ੀ ਵੇਚਣ। ਅੱਛਾ, ਤੇ ਹੁਣ ਸ਼ਾਰਟ ਟਰਮ ਵਿੱਚ ਤੇ ਲੌਂਗ ਟਰਮ ਵਿੱਚ ਇੱਕ ਤਾਂ ਹੋ ਗਿਆ ਕਿ ਕਿਸਾਨਾਂ ਦੀ ਇਨਕਮ ਲਾਸ ਤਾਂ ਹੋਏਗਾ ਹੀ ਹੋਏਗਾ। ਕਿਸਾਨਾਂ ਵਿੱਚ ਸੁਸਾਈਡਸ ਤਾਂ ਪਹਿਲੇ ਹੀ ਬਹੁਤ ਜ਼ਿਆਦਾ ਮੈਂ ਜਿੱਥੇ ਤੱਕ ਸੁਣਿਆ ਹੈਗੇ ਆ। ਕਿਉਂਕਿ ਉਹਨਾਂ ਕੋਲ ਪਤਾ ਹੀ ਨਹੀਂ ਉਤਰਦਾ, ਤੇ ਉਹਨਾਂ ਤੋਂ ਹੋਰ ਤੁਸੀਂ ਥੱਲੇ ਕਰ ਦਿਓਗੇ, ਉਹਨਾਂ ਨੂੰ ਤਾਂ ਪੈਸੇ ਹੀ ਨਹੀਂ ਮਿਲਣੇ ਕਿਸੇ ਚੀਜ਼ ਤੋਂ। ਅੱਗੇ ਤਾਂ ਹੁਣ MSP ਕਰਕੇ ਕੁਝ ਪੈਸੇ ਮਿਲ ਜਾਂਦੇ ਨੇ, ਕਣਕ ਤੇ ਝੋਨੇ ਕਰਕੇ, ਤਾਂ ਹੀ ਤਾਂ ਕੋਈ ਫਸਲ ਨਹੀਂ ਹੋਰ ਲਾਉਂਦੇ, ਕਿਉਂਕਿ ਉਹਨੂੰ ਪਤਾ ਵੀ ਇਹ ਗਰੰਟਿਡ ਇਨਕਮ ਹੈ। ਤੇ ਹੁਣ ਇਸ ਟਾਈਮ ਤੇ ਸਰਕਾਰ ਖਰੀਦਦੀ ਹੈ, ਵੇਸਟ ਕਿੰਨਾ ਹੁੰਦਾ ਹੈ? ਕਿਉਂਕਿ ਮੈਨੂੰ ਯਾਦ ਹੈ ਇੱਕ ਵਾਰੀ ਅਸੀਂ ਗੱਲ ਕਰਦੇ ਪਏ ਸੀਗੇ ਕਿ ਅਨਾਜ ਵੇਸਟ ਵੀ ਹੋ ਜਾਂਦਾ ਹੈ, ਖਰਾਬ ਹੋ ਜਾਂਦਾ ਹੈ, ਕਿਉਂਕਿ ਸਹੀ ਜਗ੍ਹਾ ਤੇ ਪਹੁੰਚਦਾ ਹੀ ਨਹੀਂ ਜਾਂ ਉਹਦੀ ਸਟੋਰੇਜ ਠੀਕ ਨਹੀਂ ਹੈਗੀ। ਸਟੋਰੇਜ ਪ੍ਰਾਪਰ ਨਹੀਂ ਹੈਗੀ। ਹੁਣ ਪਹਿਲਾਂ ਹੀ ਆਲਰੇਡੀ ਅਡਾਨੀ ਕੋਲ ਵੱਡੇ ਸਿਲੋਜ਼ ਨੇ, ਹਰਿਆਣੇ ਵਿੱਚ ਵੀ, ਹੋਰ ਥਾਵਾਂ ਤੇ ਵੀ ਸਿਲੋਜ਼, ਉਹਦੇ ਕੋਲ ਹੀ ਸਟੋਰੇਜ ਵੀ ਆਲਰੇਡੀ, ਮਤਲਬ ਉਹ ਆਲਰੇਡੀ ਇਹਨਾਂ ਨੂੰ ਲਿਆਂਦਾ ਹੋਇਆ ਬੜੇ ਕੈਲਕੂਲੇਟਡ ਮੈਨਰ। ਹੁਣ ਇੱਕ ਮੋਗੇ ਸਿੱਲੋ ਹੈ, ਇੱਕ ਅੰਮ੍ਰਿਤਸਰ ਦੇ ਕੋਲ ਸਿੱਲੋ ਹੈ ਇਹਨਾਂ ਦਾ ਅਡਾਨੀ ਦਾ, ਇੱਕ ਇਹਨਾਂ ਦਾ ਉੱਥੇ ਹੈ ਕੈਥਲ ਹਰਿਆਣੇ ਵਿੱਚ ਬਹੁਤ ਵੱਡਾ ਸਿੱਲੋ ਹੈ। ਸਟੋਰੇਜ ਇਹਨਾਂ ਕੋਲ ਹੈ, ਉਹਨਾਂ ਕੋਲ ਆਲਰੇਡੀ ਉਹਨਾਂ ਦੇ ਕੰਟਰੋਲ ਹੈ। ਹੁਣ ਪਾਵਰ ਦੇਖੋ, ਸਭ ਤੋਂ ਜ਼ਿਆਦਾ ਵੱਡੀ ਚੀਜ਼ ਪਾਵਰ ਹੈ। ਪਾਵਰ ਸਾਰੀ ਜਨਰੇਸ਼ਨ ਦਾ ਬਹੁਤ ਵੱਡਾ ਕੰਮ ਅਡਾਨੀ ਕੋਲ ਹੈ ਇੰਡੀਆ ਵਿੱਚ। ਹੁਣ ਕਿਸਾਨਾਂ ਨੂੰ ਬਿਜਲੀ ਚਾਹੀਦੀ ਹਰ ਰੋਜ਼, ਝੋਨਾ ਲਾਉਣਾ ਤਾਂ ਵੀ, ਖੇਤੀ ਨੂੰ ਪਾਣੀ ਲਾਉਣਾ ਤਾਂ ਵੀ, ਜੋ ਪਾਵਰ ਅਡਾਨੀ ਕੋਲ ਚਲੇਗੀ ਸਾਰੀ ਪਾਵਰ ਜਨਰੇਸ਼ਨ ਜਿਹੜੀ ਗ੍ਰੈਜੂਅਲੀ ਹੌਲੀ ਜਾ ਰਹੀ ਹੈ, ਤੇ ਕਿਸਾਨ ਕਿੱਥੇ ਛੁਟਕਾਰਾ ਪਾ ਲੈਣਗੇ ਅਡਾਨੀ ਤੋਂ? ਕੋਲ ਮਾਈਨਸ ਖਰੀਦੀਆਂ ਹੋਈਆਂ ਬਹੁਤ ਸਾਰੀਆਂ ਅਡਾਨੀ ਨੇ, ਸੋ ਅੰਬਾਨੀ ਕੋਲ ਬਾਕੀ ਸਾਰਾ ਕੁਛ ਹੈ, ਸਾਰੇ ਸਟੋਰ, ਰਿਟੇਲ ਸ਼ਾਪਾਂ, ਰਿਲਾਇੰਸ ਫਰੈਸ਼ ਜਿੱਥੋਂ ਤੁਸੀਂ ਸਬਜ਼ੀਆਂ ਵੀ ਖਰੀਦਦੇ ਹੋ ਔਰ ਗ੍ਰੋਸਰੀ ਖਰੀਦਦੇ ਹੋ। ਹੁਣ ਸਾਰੀ ਫਾਰਮ ਪ੍ਰੋਡਿਊਸ ਜਿਹੜੀ ਹੈ ਉਹ ਰਿਲਾਇੰਸ ਫਰੈਸ਼ ਤੇ ਮਿਲਦੀ ਹੈ। ਦਾਲਾਂ ਦੂਲਾਂ, ਦੁੱਧ, ਦਹੀਂ, ਸਬਜ਼ੀਆਂ, ਫਲ ਸਾਰੇ ਰਿਲਾਇੰਸ ਫਰੈਸ਼ ਤੇ ਮਿਲਦੇ ਆ। ਹੁਣ ਜੋ ਇਹ ਮਾਡਲ ਕਹਿ ਰਹੇ ਹੈ, ਇਹਦੇ 'ਚ ਪਹਿਲਾਂ ਸੀਗਾ ਕਿ ਸਰਕਾਰ ਸਾਰਾ ਅਨਾਜ ਕਿਸਾਨਾਂ ਤੋਂ ਲੈ ਰਹੀ ਸੀਗੀ, ਦ ਫਾਰਮਰ ਵਾਸ ਡਿਪੈਂਡੈਂਟ ਔਨ ਦ ਗਵਰਨਮੈਂਟ। ਇੱਕ ਜਿੱਦਾਂ ਕਹਿੰਦੇ ਨੇ ਕੁਆਲਿਟੀ ਸਟੈਂਡਰਡ ਮੀਟ ਨਹੀਂ ਹੁੰਦਾ, ਹਰ ਕੋਈ ਕਿਸੇ ਤਰੀਕੇ ਨਾਲ ਉਗਾ ਰਿਹਾ ਹੈ, ਕੋਈ ਕੁਆਲਿਟੀ ਦਾ ਤਾਂ ਬਣਨਾ ਹੀ ਹੈ ਨਾ। ਹੁਣ ਦੇਖੋ, ਜੇ ਇੰਡੀਆ ਦੇ ਆਲੂ ਜਿੱਦਾਂ ਦੇ ਹੈਗੇ ਆ, ਉਹਦਾ ਚਿਪਸ ਜਿਹੜਾ ਮਰਜ਼ੀ ਬਣਾ ਲਓ, ਪਰ ਜੇ ਤੁਸੀਂ ਰਿਜੈਕਟ ਕਰਨੇ ਆ ਕਿ ਨਹੀਂ ਤੁਹਾਡਾ ਮਾਲ ਨਹੀਂ ਲੈਣਾ, ਤੁਹਾਡਾ ਆਲੂ ਦਾ ਸਾਈਜ਼ ਇੰਨਾ ਛੋਟਾ ਹੈ, ਚਿਪਸ ਨਹੀਂ ਬਣ ਸਕਦੇ, ਅਸੀਂ ਇਹਨੂੰ 2 ਰੁਪਏ ਵੀ ਨਹੀਂ ਲੈਣਾ, ਅਸੀਂ 50 ਰੁਪਏ ਕਿਲੋ ਖਰੀਦਾਂਗੇ, ਉਹਦਾ ਤਰੀਕਾ ਹੈ ਨਾ। ਚਿਪਸ ਤਾਂ ਛੋਟਾ ਵੀ ਹੋ ਸਕਦਾ, ਵੱਡਾ ਵੀ ਹੋ ਸਕਦਾ, ਜ਼ਰੂਰੀ ਥੋੜਾ ਕਿ ਇੰਨਾ ਹੀ ਵੱਡਾ ਹੋਵੇ, 6 ਇੰਚ ਦਾ ਜਾਂ 4 ਇੰਚ ਹੋਵੇ। ਇਹ ਤਾਂ ਸਾਰੇ ਬਹਾਨੇ ਨੇ ਮੋਦੀ ਦੇ ਤੇ ਅਡਾਨੀ ਦੇ ਤੇ ਅੰਬਾਨੀ ਦੇ ਕੇ ਅਸੀਂ ਇੱਦਾਂ ਨਹੀਂ ਕਰਨਾ, ਇੰਝ ਨਹੀਂ ਕਰਨਾ। ਉਹ ਸਾਰੇ ਹੁਣ ਸਾਡੀ ਇੰਡਸਟਰੀ ਉਦਾਂ ਦੀ ਡਿਜ਼ਾਈਨ ਕੀਤੀ ਜਾ ਸਕਦੀ ਕਿ ਉਹਨਾਂ ਨੂੰ ਪ੍ਰੋਸੈਸ ਕਰ ਸਕੇ, ਫੂਡ ਪ੍ਰੋਸੈਸਿੰਗ ਉਦਾਂ ਦੀ ਹੋ ਜਾਵੇ। ਤੇ ਜੇ ਸਾਡੇ ਕੋਲ ਟਮਾਟਰ, ਸਾਡੇ ਕੋਲ ਗੋਭੀ ਖਰੀਦ ਕੇ ਜਾਂ ਸਾਡੇ ਕੋਲੋਂ ਖਰੀਦ ਕੇ ਸਾਰਾ ਕੁਝ ਬਣਾਈ ਜਾਂਦੇ ਨੇ, ਮੂੰਗਫਲੀ ਦਾ ਤੇਲ ਕੱਢ ਕੇ ਡਾਲਡਾ ਵੇਚੀ ਜਾਂਦੇ ਨੇ ਇੰਨੇ ਸਾਲਾਂ ਤੋਂ, ਜਾਂ ਇੰਨੇ ਚਿਪਸ ਵੇਚਦੇ ਨੇ, ਜਾਂ ਇੰਨੇ ਫਰੂਟ ਜੂਸ ਵੇਚਦੇ ਨੇ, ਜਾਂ ਇੰਨਾ ਕੁਝ ਵੇਚਦੇ ਨੇ,
ਤੇ ਬਾਕੀ ਚੀਜ਼ਾਂ ਵੀ ਤਾਂ ਲੈ ਸਕਦੇ ਨੇ। ਇਹ ਤਾਂ ਬਹਾਨਾ ਹੀ ਹੁੰਦਾ ਕਿ ਨਹੀਂ ਜੀ ਤੁਹਾਡੀ ਕੁਆਲਿਟੀ ਮਾੜੀ ਹੈ। ਇਹ ਤਾਂ ਹੁਣ ਜਿਹੜੀ ਗਵਰਨਮੈਂਟ ਆਫ ਇੰਡੀਆ ਸੀਡਸ ਦਿੰਦੀ ਹੈ, ਜੋ ਫਰਟੀਲਾਈਜ਼ਰ ਦਿੰਦੀ ਹੈ, ਇਨਸੈਕਟੀਸਾਈਡ ਪੈਸਟੀਸਾਈਡ ਦਿੰਦੀ ਹੈ, ਕਿਸਾਨਾਂ ਨੇ ਤਾਂ ਉਹੀ ਉਗਾਣੇ ਨਾ। ਕਿਸਾਨਾਂ ਨੇ ਬੀਜ ਕਿੱਥੋਂ ਲੈ ਕੇ ਆਣੇ ਨੇ? ਇਹ ਤਾਂ ਜਿਹੜੀ ਕੁਆਲਿਟੀ ਗਵਰਨਮੈਂਟ ਦੇਗੀ ਉਹਨਾਂ ਨੇ ਉਹੀ ਬੀਜ ਦੇਣੇ ਆ। ਨਹੀਂ, ਮੈਂ ਤਾਂ ਕਹਿ ਰਿਹਾ ਸੀਗਾ ਕਿਉਂਕਿ ਮੈਨੂੰ ਜਿੱਦ ਤੱਕ ਪਤਾ ਹੈ ਕਿ ਜਿੱਦਾਂ ਹੁਣ ਵੱਡੇ ਕੰਪਨੀਜ਼ ਹੈਗੇ, ਜਿੱਦਾਂ ਮੈਕਡੋਨਲਡਸ ਹੋ ਗਿਆ, ਕਿਸਾਨ ਤੋਂ 2 ਰੁਪਏ ਖਰੀਦ ਕੇ 1000 ਰੁਪਏ ਦੀ ਚੀਜ਼ ਵੇਚਦੇ ਨੇ। ਨਹੀਂ ਉਹ ਤਾਂ ਠੀਕ ਹੈ, ਪਰ ਮੈਂ ਤਾਂ ਇਹ ਗੱਲ ਕਹਿ ਰਿਹਾ ਸੀਗਾ ਕਿ ਜਿੱਦਾਂ ਹੁਣ ਵੱਡੇ ਕੰਪਨੀਜ਼ ਹੈਗੇ, ਮੈਕਡੋਨਲਡਸ ਹੋ ਗਿਆ ਜਾਂ ਜਿੱਦਾਂ ਮਕੇਨ ਹੈਗਾ, ਜਿਨ੍ਹਾਂ ਦੇ ਫ੍ਰੈਂਚ ਫਰਾਈ ਆਉਂਦੇ ਟੋਰਾਂਟੋ ਵਿੱਚ ਮਿਲਦੇ ਆ, ਕੈਨੇਡਾ 'ਚ, ਨਾਰਥ ਅਮਰੀਕਾ 'ਚ ਮਿਲਦੇ ਆ, ਉਹ ਸਾਰਿਆਂ ਦਾ ਬੜਾ ਉਹ ਹੁੰਦਾ ਕਿ ਬਈ ਉਹਨਾਂ ਨੂੰ ਬੜਾ ਇੱਕ ਪਰਟੀਕੂਲਰ ਤਰੀਕੇ ਦਾ ਆਲੂ ਚਾਹੀਦਾ ਹੁੰਦਾ। ਉਹ ਹਰੇਕ ਕੋਈ ਪ੍ਰੋਡਿਊਸ ਨਹੀਂ ਖਰੀਦਦੇ ਕਿ ਉਹਨਾਂ ਨੂੰ ਚਾਹੀਦਾ ਹੁੰਦਾ ਕਿ ਉਹਦਾ ਟੈਕਸਚਰ, ਉਹਦਾ 2-3% ਹੀ ਚਾਹੀਦਾ ਟੋਟਲ ਕ੍ਰਾਪ ਦਾ। ਬਾਕੀ ਲੋਕਾਂ ਨੇ, ਕਰੋੜਾਂ ਲੋਕਾਂ ਨੇ ਰੋਜ਼ ਆਲੂ ਦੀ ਸਬਜ਼ੀ ਖਾਣੀ ਹੈ, ਉਹਨਾਂ ਨੂੰ ਆਲੂ ਦੀ ਸਾਈਜ਼ ਨਾਲ ਕੁਝ ਨਹੀਂ ਨਾ ਹੈਗਾ। ਥੋੜੀ ਪਰਸੈਂਟੇਜ ਹੈ ਨਾ, 2% ਜਾਂ 1% ਜਿਨ੍ਹਾਂ ਨੇ ਇਸ ਤਰ੍ਹਾਂ ਦੀ ਈਟਿੰਗ ਕਰਨੀ ਹੈ, ਚਿਪਸ ਬਣਾਉਣੇ ਆ ਜਾਂ ਇਹ ਕਰਨੇ ਆ, ਉਹ ਖਾਣੇ, ਉਹ ਤਾਂ ਕੁਝ ਵੀ ਨਹੀਂ ਫੰਕਸ਼ਨਲ ਹਿੱਸਾ, 1-2% ਵੀ ਨਹੀਂ। ਉਹਦੇ ਲਈ ਸਪੈਸ਼ਲ ਆਲੂ ਉਗਾਏ ਜਾ ਸਕਦੇ ਨੇ। ਉਹ ਤਾਂ ਕਈ ਫਾਰਮ ਉਗਾਉਂਦੇ ਨੇ। ਸਾਡੇ ਇੱਥੇ ਨਿੱਜਰ ਫਾਰਮ ਹੈ ਅੰਮ੍ਰਿਤਸਰ ਕੋਲੇ, ਉਹ ਉਦਾਂ ਦੇ ਉਸੇ ਸਾਈਜ਼ ਉਗਾਉਂਦੇ ਨੇ। ਹੁਣ ਕਿੰਨੂ ਵੀ ਉਸੇ ਅਮਰੀਕਾ ਦੀ ਵੈਰਾਈਟੀ ਹੈ ਜਿਹੜੀ ਕਿੰਨੂ ਇੰਡੀਆ 'ਚ ਉਗਾਏ ਜਾਂਦੇ ਨੇ। ਟਮਾਟੋ ਵੀ ਉਹ ਲੈ ਕੇ ਆਏ ਸੀ ਪੈਪਸੀ ਵਾਲੇ, ਤੋਂ ਟਮਾਟੋ ਵੀ ਉਸ ਸਾਈਜ਼ ਦੇ ਉਹਨਾਂ ਨੇ ਕੰਟਰੈਕਟ ਫਾਰਮਿੰਗ ਕਰਾਈ ਸੀ, ਮੁੜ ਕੇ ਚੱਕੇ ਨਹੀਂ ਟਮਾਟਰ, ਇੰਨੇ ਪੈਦਾ ਹੋ ਗਏ। ਜਿਹਨਾਂ ਕੋਲ ਸਾਈਜ਼ ਉਗਾਏ ਜਾ ਸਕਦੇ ਨੇ, ਉਹ ਤਾਂ ਕੋਈ ਵੱਡੀ ਪ੍ਰੋਬਲਮ ਨਹੀਂ ਨਾ ਹੈਗੀ। ਇੰਡੀਆ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਇਨ ਰੂਲ ਵਿੱਚ, ਇਸ ਲਾਅ ਵਿੱਚ ਕੋਈ ਐਡਵਾਂਟੇਜ ਹੈਗਾ ਮਤਲਬ ਕਿਸਾਨਾਂ ਨੂੰ? ਐਡਵਾਂਟੇਜ ਕੋਈ ਨਹੀਂ ਹੈਗਾ ਇਹਦੇ ਵਿੱਚ। ਅੱਛਾ, ਮੋਦੀ ਕਹਿ ਰਹੇ ਕਿ ਤੁਹਾਨੂੰ ਐਡਵਾਂਟੇਜ ਹੈ, ਤੁਸੀਂ ਜਿੱਥੇ ਮਰਜ਼ੀ ਜਾ ਕੇ ਵੇਚ ਦਿਓ। ਉਹ ਕਹਿੰਦੇ ਵੀ ਅਸੀਂ ਤਾਂ ਆਲਰੇਡੀ ਵੇਚ ਰਹੇ ਹਾਂ। ਹੁਣ ਹਿਮਾਚਲ ਦੇ ਸੇਬ ਲੋਕੀ ਬੰਬੇ ਵੀ ਜਾ ਕੇ ਵੇਚਦੇ ਨੇ। ਹੁਣ ਕੇਰਲ ਦੇ ਨਾਰੀਅਲ ਪੰਜਾਬ 'ਚ ਵਿਕਦੇ ਨੇ, ਚੰਡੀਗੜ੍ਹ ਵਿਕਦੇ ਨੇ। ਕੋਈ ਜਿੱਥੇ ਜਾ ਕੇ ਲੈ ਕੇ ਜਾਣਾ ਚਾਹੇ ਲੈ ਕੇ ਜਾਂਦੇ ਨੇ ਲੋਕੀ। ਇੱਥੇ ਗੋਭੀ ਭਰ ਕੇ ਵੀ ਲੈ ਜਾਂਦੇ ਨੇ, ਜੈਪੁਰ ਜਾ ਕੇ ਵੇਚਦੇ ਨੇ, ਬੰਬੇ ਵੀ ਜਾ ਕੇ ਵੇਚਦੇ ਨੇ ਛੋਟੇ ਟਰੱਕਾਂ। ਉਹ ਤਾਂ ਲੈ ਜਾਂਦੇ ਹੀ ਨੇ, ਉਹ ਤਾਂ ਆਲਰੇਡੀ ਹੈਗਾ ਹੀ ਹੈ, ਖਰੀਦ ਸਕਦਾ, ਲਿਜਾ ਸਕਦਾ। ਪਰ ਉਹਨਾਂ ਨੂੰ ਕਾਸਟ ਬੜੀ ਪੈਂਦੀ ਹੈ ਲੈ ਕੇ ਜਾਣਾ, ਵੇਚਣਾ ਉੱਥੇ ਜਾ ਕੇ, ਪਰ ਵੇਚਦੇ ਆ ਲੋਕੀ। ਫਲ ਸਾਰਾ ਜਾਂਦਾ ਹੀ ਹੈ ਨਾ। ਹੁਣ ਚਾਹ ਪੱਤੀ ਸਾਰੀ ਦਾਰਜੀਲਿੰਗ ਜਾਂ ਉਧਰੋਂ ਆਉਂਦੀ ਹੈ ਨਾ ਸਾਰੇ ਹਿੰਦੁਸਤਾਨ 'ਚ, ਸਾਰੇ ਵਰਲਡ ਜਾਂਦੀ ਹੈ। ਕਾਫੀ ਸਾਊਥ ਇੰਡੀਆ ਵਿੱਚ ਹੁੰਦੀ ਹੈ, ਸਾਰੇ ਹਿੰਦੁਸਤਾਨ ਜਾਂਦੀ ਹੈ ਨਾ ਕਾਫੀ। ਨਹੀਂ, ਪਰ ਉਹਦੇ 'ਚ ਹੁਣ ਕਿਸਾਨ ਦਾ ਐਕਚੁਅਲ ਕਿੰਨਾ ਰੋਲ ਹੈ? ਤੇ ਉਹਦੇ 'ਚ ਜੋ ਵੱਡੀ ਕੰਪਨੀ ਹੈ, ਜਿੱਦਾਂ ਹੁਣ ਟਾਟਾ ਟੀ ਹੈ, ਹੁਣ ਉਹ ਟੀ ਆਪਣੀ ਅਸਾਮ ਜਾਂ ਜਿੱਥੇ ਵੀ ਪ੍ਰੋਡਿਊਸ ਕਰ ਰਹੇ ਆ, ਗਰੋ ਕਰ ਰਹੇ ਆ, ਉਹ ਹੁਣ ਪੂਰੇ ਇੰਡੀਆ 'ਚ ਤੇ ਦੁਨੀਆ 'ਚ ਭੇਜ ਰਹੇ ਨਾ। ਕਿਸਾਨ ਦਾ ਕੀ ਰੋਲ ਹੈ ਉਹਦੇ 'ਚ? ਕਿਸਾਨ ਲਿਜਾ ਰਿਹਾ, ਪਰ ਕਿਸਾਨ ਕੰਪੀਟ ਨਹੀਂ ਕਰ ਸਕਦਾ, ਬਿਕਾਜ਼ ਕਿਸਾਨ ਦਾ ਵਾਲੀਅਮ ਬੜਾ ਥੋੜਾ ਹੈ। ਉਹ ਉਹਦੀ ਪ੍ਰੋਸੈਸਿੰਗ ਵਿੱਚ ਉਹਦੀ ਕਾਸਟ ਬੜੀ ਵੱਧ ਜਾਂਦੀ ਹੈ, ਇਸ ਕਰਕੇ ਉਹ ਕੰਪੀਟ ਨਹੀਂ ਕਰ ਸਕਦਾ। ਜਿਵੇਂ ਦੱਸਿਆ ਮੈਂ, ਕਾਰਪੋਰੇਟ ਹੈ, ਉਹ ਤਾਂ ਹੁਣ ਜਿਵੇਂ ਘਿਓ, ਆਟਾ ਤਾਂ ਕਣਕ ਤਾਂ ਲੈ ਲਈ 12 ਰੁਪਏ ਕਿਲੋ ਜਾਂ 15 ਰੁਪਏ ਕਿਲੋ ਜਾਂ 18 ਰੁਪਏ ਕਿਲੋ, ਆਟਾ ਵੀ ਜਾਂ 40 ਰੁਪਏ ਕਿਲੋ। ਉਹ ਕਿੱਦਾਂ ਕੰਪੀਟ ਕਰੇਗਾ ਕਿਸਾਨ? ਇੰਨੀ ਵੱਡੀ ਕਣਕ ਕਿੱਦਾਂ ਖਰੀਦੇਗਾ ਤੇ ਕਿੰਨਾ ਪ੍ਰੋਸੈਸ ਕਰਕੇ ਸਾਰੇ ਕੰਟਰੀ ਕਿੱਦਾਂ ਪਹੁੰਚਾਏਗਾ? ਫਿਰ ਉਹ ਜਿੱਦਾਂ ਹੁਣ ਕਹਿੰਦੇ ਐਨਾਲੋਜੀ ਹੈਗੀ, ਜਿੱਦਾਂ ਦ ਸਮ ਇਜ਼ ਗ੍ਰੇਟਰ ਦੈਨ ਇਟਸ ਪਾਰਟਸ, ਲਾਈਕ ਦ ਹੋਲ ਇਜ਼ ਗ੍ਰੇਟਰ ਦੈਨ ਇਟਸ ਪਾਰਟਸ। ਹੁਣ ਜੇ ਛੋਟੇ ਕਿਸਾਨ ਹੈ, ਉਹ ਲੋਕਲ ਪ੍ਰੋਡਕਸ਼ਨ ਕਰਦੇ ਨੇ, ਲੋਕਲ ਵੇਚ ਦਿੰਦੇ ਨੇ। ਆਪਣਾ ਵੱਡੀਆਂ ਕੰਪਨੀਆਂ ਥੱਪਾ ਲਾ ਕੇ ਕਹਿੰਦੇ ਸਾਰੇ ਇੰਡੀਆ 'ਚ ਵੇਚ ਦਾਂਗੇ। ਵੀ ਤੁਸੀਂ ਇੰਡੀਆ 'ਚ ਵੇਚੋ ਨਾ ਵੇਚੋ, ਪਰ ਕਿਸਾਨ ਨੂੰ ਪੈਸੇ ਤਾਂ ਦਿਓ ਪੂਰੇ। ਇਹ ਤੁਸੀਂ ਦਿੰਦੇ ਹੋ ਕਿ MSP ਵੀ ਘੱਟ ਦੇਣੇ, ਅੱਧੇ ਦੇਣੇ, MSP ਵੀ ਨਹੀਂ ਦੇਣੀ। MSP ਜਿਹੜੀ ਫਿਕਸ ਹੈ ਉਹ ਤਾਂ ਦਿਓ, ਉਹ ਵੀ ਨਹੀਂ ਦਿੰਦੇ ਕਦੇ। ਕੋਈ ਇੰਸਟੈਂਸ ਨਹੀਂ ਹੈਗਾ ਜਦੋਂ ਕਿਸੇ ਕਾਰਪੋਰੇਟ ਨੇ MSP ਤੇ ਕਣਕ, ਚਾਵਲ, ਸਬਜ਼ੀਆਂ ਜਾਂ ਕਾਟਨ ਜਾਂ ਹੋਰ ਚੀਜ਼ਾਂ, ਮੱਕੀ ਜਾਂ ਜੌਂ ਕਦੇ ਖਰੀਦਿਆ ਹੋਵੇ। ਡਿਸਟ੍ਰੈਸ ਸੇਲ ਕਰਦੇ ਆ, ਡਿਸਟ੍ਰੈਸ ਸੇਲ ਹੀ ਖਰੀਦੇ ਆ, ਸਸਤੀ ਖਰੀਦੇ ਆ। ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੈ, ਸਾਰਾ ਫਾਇਦਾ ਅਡਾਨੀ, ਰਿਲਾਇੰਸ। ਤੁਹਾਨੂੰ ਬੜਾ ਫਾਇਦਾ, ਤੁਸੀਂ ਜਿੱਥੇ ਮਰਜ਼ੀ ਜਾ ਕੇ ਵੇਚੋ। ਕਹਿੰਦੇ ਅਸੀਂ ਕਿੱਦਾਂ ਜਾ ਕੇ ਵੇਚੀਏ, ਕਿੱਥੇ ਵੇਚਣਾ ਸੀ? ਸਾਡੇ ਕਿਹੜੇ ਮੰਡੀ, ਪ੍ਰਾਈਵੇਟ ਮੰਡੀ ਸਾਡੇ ਜੋ ਆਲਰੇਡੀ ਅਸੀਂ ਸਿਸਟਮ ਨਾਲ ਹੈਪੀ ਹਾਂ। ਸਾਡੇ ਤੁਸੀਂ ਇਨਕਮ ਇਨਸ਼ੋਰ ਕਰ ਦਿਓ, ਸਾਨੂੰ ਇੰਨੀ ਇਨਕਮ ਹੋਏਗੀ, ਸਾਡੇ ਪਰ ਜਿਹੜਾ ਘਾਟਾ ਪੈਂਦਾ ਤੁਸੀਂ ਪੂਰਾ ਕਰ ਦਿਓ। ਹੈ ਗਿਆ, ਹੜ੍ਹ ਆ ਗਏ, ਫਸਲ ਘੱਟ ਗਈ, ਨਹੀਂ ਪ੍ਰੋਡਿਊਸ ਹੋਇਆ, ਉਹਨਾਂ ਜਿਹੜਾ ਘਾਟਾ ਪੈਂਦਾ ਉਹਨਾਂ ਤੁਸੀਂ ਗਵਰਨਮੈਂਟ ਪੂਰਾ ਕਰ ਦਿਓ ਬਸ। ਐਕਸਟ੍ਰੀਮ ਐਗਜ਼ਾਮਪਲ ਲੈ ਰਿਹਾ ਤਾਂ ਕਿ ਪੁਆਇੰਟ ਸਮਝ, ਥੋੜਾ ਤਰੀਕੇ ਨਾਲ ਪੁਆਇੰਟ ਸਮਝ ਆਏ ਕਿ ਜਿੱਦਾਂ ਕਹਿੰਦੇ ਕਿ 에ਅਰਲਾਈਨ ਬਿਜ਼ਨਸ, ਹੋਟਲ ਬਿਜ਼ਨਸ ਹੁਣ ਅੱਜ ਦੀ ਡੇਟ 'ਚ ਪੈਂਡੈਮਿਕ ਕਰਕੇ ਖਤਮ ਹੋ ਰਿਹਾ। ਹੁਣ ਉਹ ਸਾਰੇ ਇਕੱਠੇ ਹੋ ਜਾਣ ਕਿ ਨਹੀਂ, ਸਾਨੂੰ ਗਵਰਨਮੈਂਟ ਇੱਕ ਫਿਕਸਡ ਇਨਕਮ ਦੇਵੇ ਸਾਡੇ ਹੋਟਲ ਖੁੱਲੇ ਰੱਖਣ ਲਈ। ਤੇ 에ਅਰਲਾਈਨ, ਜਦ ਹੁਣ ਕੋਈ ਕਹਿੰਦਾ ਹੈ ਕਿ ਬਈ ਸਾਡੀ 에ਅਰਲਾਈਨ ਨੂੰ ਪੈਸਾ ਦਿਓ ਜਾਂ ਸਾਡੇ ਹੋਟਲਾਂ ਨੂੰ ਪੈਸਾ ਦਿਓ ਕਿਉਂਕਿ ਬੰਦ ਪਿਆ, ਅਸੀਂ ਕੁਝ ਕਰ ਨਹੀਂ ਸਕਦੇ, ਤੇ ਉਹਦੇ ਤੇ ਲੋਕੀ ਬੜੇ ਫਰਾਊਨ ਅਪਨ ਕਰਦੇ ਕਿ ਨਹੀਂ, ਕਾਰਪੋਰੇਟਸ ਨੂੰ ਬੇਲ ਆਊਟ ਕਿਉਂ ਕਰੀਏ? ਮਤਲਬ ਇੱਕ ਬੇਲ ਆਊਟ ਨਹੀਂ ਕਰਨਾ ਚਾਹੀਦਾ ਹੈ। That's the difference. Yes, you have a very good, valid question. You see, ਜਿਹੜੀਆਂ ਚੀਜ਼ਾਂ necessities ਨੇ ਲਾਈਫ ਦੀਆਂ, ਇਹਨੂੰ ਆਪਣੇ ਲੋਕਾਂ ਨੂੰ ਫੀਡ ਕਰਨਾ ਉਹਨਾਂ ਦੀ ਸੋਸ਼ਲ ਰਿਸਪੌਂਸਿਬਿਲਿਟੀ ਹੈ। ਲੇਕਿਨ ਘੁਮਾਣਾ ਫਿਰਾਣਾ, ਹੋਟਲਾਂ ਵਿੱਚ ਐਸ਼ ਕਰਾਣਾ, ਉਹ ਰਿਸਪੌਂਸਿਬਿਲਿਟੀ ਨਹੀਂ ਹੈ। ਐਜੂਕੇਸ਼ਨ, ਹੈਲਥ ਕੇਅਰ ਤੇ ਫੂਡ, ਇਹ ਦੇਣਾ ਇਹ ਸਟੇਟ ਦੀ ਰਿਸਪੌਂਸਿਬਿਲਿਟੀ ਹੈ। ਤਾਂ ਹੀ ਸਟੇਟ ਪ੍ਰਾਈਸ ਕੰਟਰੋਲ ਕਰਦਾ ਹੈ ਤੇ ਉਹਦੇ ਲਈ ਕਿਸਾਨ ਤੋਂ ਪ੍ਰੋਡਿਊਸ ਕਰਾਉਂਦਾ, ਕਿਸਾਨ ਨੂੰ ਰੈਗੂਲੇਟ ਕਰਕੇ ਦਿੰਦਾ ਕਿ ਤੈਨੂੰ ਇੰਨਾ ਡੀਜ਼ਲ ਵੀ ਦਿਆਂਗੇ, ਤੈਨੂੰ ਇੰਨੇ ਬਿਜਲੀ ਰੇਟ ਦੇ ਰੇਟ ਤੇ ਦਿਆਂਗੇ, ਤੈਨੂੰ ਪਾਣੀ ਵੀ ਦਿਆਂਗੇ, ਤੇ ਤੂੰ ਪ੍ਰੋਡਿਊਸ ਕਰ, ਉਹ ਅਸੀਂ ਖਰੀਦਾਂਗੇ, ਉਹ ਸਾਰੇ ਲੋਕਾਂ ਨੂੰ ਖਾਣਾ ਖਾਣ ਨੂੰ ਦਿਆਂਗੇ। ਹੁਣ 에ਅਰਲਾਈਨ ਦਾ, ਹੋਟਲ ਦਾ ਇਹਨਾਂ ਕੰਪੈਰੀਜ਼ਨ ਨਹੀਂ ਹੋ ਸਕਦਾ, ਬਿਕਾਜ਼ ਉਹ
ਉਹ ਲਗਜ਼ਰੀਜ਼ ਨੇ, ਇਹ ਨੈਸੈਸਿਟੀਜ਼ ਨੇ, ਸਟੇਟ ਨੇ ਪ੍ਰੋਵਾਈਡ ਕਰਨੀਆਂ ਨੇ। ਸਟੇਟ ਹੈਜ਼ ਟੂ ਪ੍ਰੋਵਾਈਡ ਬੇਸਿਕ ਫੂਡ, ਤਾਂ ਹੀ ਤਾਂ ਕਿੰਨੇ ਲੋਕਾਂ ਨੂੰ ਫ੍ਰੀ ਖਾਣਾ ਦਿੱਤਾ ਜਾਂਦਾ, ਜਾਂ 2 ਰੁਪਏ ਕਿਲੋ 5 ਰੁਪਏ ਕਿਲੋ ਦਿੱਤਾ ਜਾਂਦਾ। ਰਾਸ਼ਨ ਕਾਰਡ ਬਣਾਏ ਜਾਂਦੇ ਆ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਬਣੇ ਹੋਏ ਆ। ਰਾਸ਼ਨ ਕਾਰਡ ਤੇ ਚੀਨੀ ਮਿਲਦੀ ਸੀ, ਆਟਾ ਮਿਲਦਾ ਹੈ, ਚੀਨੀ ਮਿਲਦੀ ਹੈ, ਦਾਲਾਂ ਮਿਲਦੀਆਂ ਹੈ, ਇਸ ਕਰਕੇ ਕਿ ਹਰੇਕ ਗਰੀਬ ਆਦਮੀ ਵੀ ਅਫੋਰਡ ਕਰ ਸਕੇ ਕਮ ਸੇ ਕਮ ਰੋਟੀ ਖਾਣੀ। ਦੈਟ ਇਜ਼ ਦ ਡਿਫਰੈਂਸ ਕਿ ਉਹਨਾਂ ਦੇ ਲਾਸਸ ਤੇ ਇਹਨਾਂ ਦੇ। ਉਹਨਾਂ ਨੇ ਤਾਂ ਬੈਂਕਾਂ ਦੇ ਕਰਜ਼ੇ ਹੀ ਇੰਨੇ ਸਾਰੇ ਦਿੱਤੇ ਨੇ, ਜਿਹੜਾ ਨਾਨ ਪਰਫਾਰਮਿੰਗ ਐਸੈਟਸ ਹੁੰਦੇ ਜਿਹਨੂੰ NPAs ਕਹਿੰਦੇ ਆ, ਉਹ ਕਾਰਪੋਰੇਟ ਵਰਲਡ ਦਾ ਇਟ ਰਨਸ ਇਨਟੂ hundreds and thousands of billions of rupees। ਤੇ ਕਿਸਾਨਾਂ ਦੇ ਬੇਸ਼ੱਕ 80,000 ਕਰੋੜ ਹੋਣਗੇ, ਉਹਨਾਂ ਦੇ billions of rupees। ਹੁਣ ਇੱਕ ਇਕੱਲਾ ਹੀ ਕਿੰਗ ਫਿਸ਼ਰ 에ਅਰਲਾਈਨ ਵਾਲਾ, ਇਹਨਾਂ ਇਕੱਲਿਆਂ ਨੇ ਕਿੰਨੇ ਹਜ਼ਾਰ ਕਰੋੜ ਰੁਪਇਆ ਦੇਣਾ। ਹੁਣ ਜੇ ਤੁਸੀਂ ਇਹੀ ਕਣਕ ਬਾਹਰੋਂ ਖਰੀਦ ਕੇ ਲਿਆਓਗੇ, ਆਸਟ੍ਰੇਲੀਆ ਦੇ ਲਿਆਓਗੇ ਜਾਂ ਕੈਨੇਡਾ ਦੇ ਲਿਆਓਗੇ ਜਾਂ ਹੋਰ ਕਿਤੇ ਖਰੀਦਾਂਗੇ, ਤੁਹਾਨੂੰ ਕਿੰਨੀ ਕਾਸਟ ਪਏਗੀ। ਇਹਨਾਂ ਨੇ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਨੇ ਤੁਹਾਨੂੰ ਸੈਲਫ ਸਫੀਸ਼ੀਐਂਟ ਕਰਤਾ, ਤੁਹਾਨੂੰ ਕਿਸੇ ਕੰਟਰੀ ਤੋਂ ਕਣਕ ਮੰਗਣੀ ਨਹੀਂ ਪਏਗੀ, ਖਰੀਦਣੀ ਨਹੀਂ ਪਏਗੀ। ਤੁਸੀਂ ਆਪਣੇ ਨੇਸ਼ਨ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਪੂਰੀ ਕਣਕ ਤੁਹਾਡੇ ਕੋਲ ਹੈਗੀ, ਤੁਸੀਂ ਭਾਵੇਂ 2 ਰੁਪਏ ਕਿਲੋ ਵੇਚੋ, 5 ਰੁਪਏ ਕਿਲੋ ਵੇਚੋ, ਜਿੰਨੇ ਮਰਜ਼ੀ ਦਿਓ, ਸਭ ਨੂੰ ਦਿਓ। ਨੈਸ਼ਨਲ ਪ੍ਰਾਈਡ ਵੀ ਹੁੰਦਾ ਹੈ ਕਿ ਅਸੀਂ ਆਪਣੇ ਲੋਕਾਂ ਲਈ ਇੰਨਾ ਪ੍ਰੋਡਿਊਸ ਕਰ ਸਕਦੇ ਹਾਂ ਕਿ ਅਸੀਂ ਆਪਣੇ ਲੋਕਾਂ ਨੂੰ ਆਪ ਫੀਡ ਕਰ ਸਕੀਏ। ਜਿਵੇਂ ਇੱਕ ਫੈਮਿਲੀ ਹੁੰਦੀ ਹੈ ਕਿ ਫੈਮਿਲੀ ਫਾਦਰ ਕਹਿੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਫੀਡ ਕਰ ਸਕਦਾ ਹਾਂ। ਕੰਟਰੀ ਕਵੇ, ਉਹਦਾ ਹੈਡ ਕਵੇ ਕਿ ਹਾਂ ਯੈਸ, ਮੈਂ ਆਪਣੇ ਕੰਟਰੀ ਦੀ ਪਾਪੂਲੇਸ਼ਨ ਨੂੰ we are capable of feeding them, the entire population, without asking for import from other countries or any help or assistance in procuring food grains। ਜੋ ਹੁਣ ਇੱਥੇ ਇਹਨਾਂ ਨੇ ਇਹ ਲਾਅ ਪਾਸ ਕੀਤੇ, ਇਹ ਦੁਨੀਆ ਦੇ ਵਿੱਚ ਹੋਰ ਕੋਈ ਇਹੋ ਜਿਹਾ ਮੁਲਕ ਹੈਗਾ ਜਿੱਥੇ ਇਹ ਵਾਲੀ ਜੋ ਇਹਨਾਂ ਦੀ ਕਹਿੰਦੇ ਨੇ ਸਟ੍ਰੈਟਜੀ ਸਕਸੈਸਫੁਲ ਰਹੀ ਹੈ? ਕਿਧਰੇ ਵੀ ਨਹੀਂ। ਕਾਰਪੋਰੇਟ ਹਰ ਥਾਂ ਤੇ ਰੂਲ ਕਰਨ ਦੀ ਕੋਸ਼ਿਸ਼ ਕਰਦਾ, ਔਰ ਕਈ ਕੰਟਰੀਆਂ 'ਚ ਉਹਨਾਂ ਨੇ ਰੂਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਇਸ ਤਰ੍ਹਾਂ ਦੇ ਲਾਗ ਕਦੇ ਵੀ ਨਹੀਂ ਪਾਏ। ਹਰੇਕ ਥਾਂ ਦੇ ਕੰਟਰੀਆਂ ਨੇ, ਲੋਕਾਂ ਨੇ ਫਾਰਮਰਸ ਨੂੰ ਪ੍ਰੋਟੈਕਟ ਕੀਤਾ। ਕੈਨੇਡਾ ਵੀ ਫਾਰਮਰਸ ਨੂੰ ਪ੍ਰੋਟੈਕਸ਼ਨ ਮਿਲਦੀ ਹੈ। ਮਤਲਬ ਸਾਰੀ ਦੁਨੀਆ 'ਚ ਕਿਸਾਨਾਂ ਨੂੰ ਉਹਨਾਂ ਦੇ ਦੇਸ਼, ਉਹਨਾਂ ਦੇ ਮੁਲਕ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇ, ਕਿਸੇ ਤਰੀਕੇ ਨਾਲ ਸਬਸਿਡੀ ਜਾਂ ਪ੍ਰੋਟੈਕਸ਼ਨ ਮਿਲਦੀ ਆ। ਹਾਂ, ਇਹ ਤਾਂ ਬੇਸਿਕਲੀ ਸਾਰੇ ਕੰਟਰੀ ਚਾਹੁੰਦੇ ਨੇ ਕਿ ਉਹਨਾਂ ਦਾ ਖਾਣਾ ਦੇ ਕਮ ਸੇ ਕਮ ਆਪਣਾ ਹੋਵੇ। ਦੂਜਿਆਂ ਤੇ ਡਿਪੈਂਡੈਂਟ ਦਾ ਨਾ, ਹੁਣ ਕੱਲ ਨੂੰ ਲੜਾਈ ਹੋ ਜਾਏ ਤਾਂ ਲੋਕ ਸਾਡੇ ਦੇਸ਼ ਦੇ ਭੁੱਖੇ ਹੀ ਮਰ ਜਾਣ ਤੇ ਬਾਹਰੋਂ ਕਣਕ ਹੀ ਨਾ ਆਵੇ। ਤਾਂ ਸੈਲਫ ਡਿਪੈਂਡੈਂਟ ਹੋਣਾ ਚਾਹੀਦਾ ਨਾ ਕੰਟਰੀ ਨੂੰ, ਕਮ ਸੇ ਕਮ ਆਪਣੇ ਫੂਡ ਗ੍ਰੇਨ ਤੇ ਆਪਣੀ ਸਿਕਿਉਰਿਟੀ ਤੇ ਆਪਣੇ ਇਹਦੇ ਚੀਜ਼ਾਂ 'ਚ। ਜਿੱਥੇ ਤੱਕ ਮੇਰੇ ਸਮਝ ਆ ਰਿਹਾ, ਹੁਣ ਤੁਸੀਂ ਦੱਸੋ ਇਹਦੇ 'ਚ ਕਿ ਜੋ ਕਿਸਾਨ ਹੈ ਤੇ ਜੋ ਫੂਡ ਗ੍ਰੇਨ ਹੈ, ਅਨਾਜ ਵਗੈਰਾ ਹੈਗਾ, ਇਹ ਹੈਗਾ ਸੋਸ਼ਲਿਸਟ ਕਾਜ਼, ਤੇ ਜੋ ਅਡਾਨੀ ਕਰ ਰਹੇ ਹੈ, ਰਿਲਾਇੰਸ ਕਰ ਰਹੇ ਨੇ, ਉਹ ਹੈਗਾ ਸਾਰਾ ਕੈਪੀਟਲਿਸਟ। ਉਹ ਤਾਂ ਕਮਰਸ਼ੀਅਲ ਹੈ, ਕਮਰਸ਼ੀਅਲ ਐਕਟੀਵਿਟੀ ਹੈ। ਕਿਸਾਨ ਪ੍ਰੋਫਿਟੇਰਿੰਗ ਨਹੀਂ ਕਰਦਾ, ਕਿਸਾਨ ਕੋਲ ਚੋਇਸ ਨਹੀਂ ਹੁੰਦੀ, ਇੱਕੋ ਥਾਂ ਤੇ ਵੇਚਦਾ। ਉਹ ਇੱਕੋ ਮੰਡੀ ਹੁੰਦੀ ਹੈ, ਸਰਕਾਰ ਨੇ ਇੱਕੋ ਰੇਟ ਫਿਕਸ ਕੀਤਾ, ਸਰਕਾਰ ਨੂੰ ਵੇਚਦਾ। ਉਹ ਕਦੇ ਨੈਗੋਸ਼ੀਏਟ ਨਹੀਂ ਕਰਦਾ ਸਰਕਾਰ ਨਾਲ ਕਿ ਤੁਸੀਂ 1800 ਰੁਪਏ MSP ਕੀਤੀ ਹੈ, ਅਸੀਂ ਤੁਹਾਨੂੰ 2000 ਦਿਆਂਗੇ। ਉਹ ਨਹੀਂ ਕਹਿ ਸਕਦਾ, ਉਹ ਨੈਗੋਸ਼ੀਏਟਿੰਗ ਪਾਵਰ ਨਹੀਂ ਹੈਗੀ ਕਿਸਾਨ ਕੋਲ। ਤੇ ਜੇ ਡਿਸਟ੍ਰੈਸ ਸੇਲ ਹੁੰਦੀ ਹੈ ਤਾਂ ਕਾਰਪੋਰੇਟ ਕਹਿੰਦਾ ਕਿ ਅਸੀਂ ਨਹੀਂ, ਸਾਨੂੰ ਤੁਹਾਡੀ ਗਵਰਨਮੈਂਟ ਨਹੀਂ ਖਰੀਦ ਰਹੀ, ਤੇਰੀ ਕਣਕ ਹਲੇ ਗਿੱਲੀ ਆ, 1800 ਨਹੀਂ ਤੈਨੂੰ ਦੇ ਰਹੀ, ਮੈਂ ਤੁਹਾਨੂੰ 1200 ਦਿਆਂਗਾ। ਕਿਸਾਨ ਡਿਸਟ੍ਰੈਸ 'ਚ ਉਹਨੂੰ 1200 'ਚ ਵੇਚ ਦਿੰਦਾ। ਲੋਕਾਂ ਨੇ ਪੈਸੇ ਦੇਣੇ ਹੁੰਦੇ ਆ, ਸੀਜ਼ਨ ਤੇ ਖਤਮ ਹੁੰਦਾ, ਘਰੇ ਵਿਆਹ ਹੈ, ਖੁਸ਼ੀ ਹੈ, ਗਮੀ ਹੈ, ਕੋਈ ਗੱਲ ਹੈ, ਤਾਂ ਉਹਨੂੰ ਕਣਕ ਦੇ ਪੈਸੇ ਆਣੇ ਆ ਜਾਂ ਚਾਵਲ ਦੇ ਪੈਸੇ ਆਣੇ, ਉਹਦੀ ਸਾਰੀ ਇਕਨੋਮੀ ਉੱਤੇ ਡਿਪੈਂਡ ਕਰਦੀ ਹੈ। ਤੇ ਜੇ ਕਿਸਾਨ ਕੋਲ ਪੈਸੇ ਆਉਂਦੇ ਨੇ, ਜਿਹੜਾ ਟ੍ਰੇਡ ਐਂਡ ਬਿਜ਼ਨਸ ਹੈ ਪੰਜਾਬ ਦਾ, ਹਰਿਆਣਾ ਦਾ, ਚੰਡੀਗੜ੍ਹ ਦਾ, ਜਾਂ ਜਿੱਥੇ ਕਿਸਾਨ ਹੈ, ਉਹ ਉਹਨਾਂ ਦੀ ਮਨੀ ਆਏਗੀ ਤੇ ਉਹ ਤੋਂ ਲੋਕੀ ਸਮਾਨ ਖਰੀਦਣਗੇ। ਜੇ 65,000 ਕਰੋੜ ਆਉਂਦਾ ਹੈ, ਬੜਾ ਵੱਡਾ ਅਮਾਊਂਟ ਹੈ, ਸਾਰੀ ਇਕਨੋਮੀ ਉੱਤੇ ਸਰਵਾਈਵ ਕਰਦੀ ਹੈ ਪੰਜਾਬ ਦੀ। ਪਰ ਉਹ ਸਾਰਾ ਸਰਕਾਰ ਤੋਂ ਆਉਂਦਾ ਹੈ, ਰਾਈਟ? ਸਰਕਾਰ ਤੋਂ, ਸਰਕਾਰ ਦਾ ਕੀ, ਲੋਕਾਂ ਦਾ ਪੈਸਾ ਹੁੰਦਾ ਨਾ। ਲੋਕਾਂ ਤੋਂ ਇਕੱਠਾ ਕਰਕੇ ਤੇ ਸਰਕਾਰ ਖਰੀਦੀ ਹੈ, ਪੈਸਾ ਲੋਕਾਂ ਦਾ ਹੀ ਹੁੰਦਾ ਨਾ, ਜੋ ਸਾਰਾ ਟੈਕਸ ਪੇਅਰਸ ਮਨੀ ਹੈਗਾ ਜਾਂ ਹੋਰ ਹਾਂ, ਜਿਹੜੇ ਰੈਵਨਿਊ ਆਉਂਦਾ ਜਾਂ ਉਹ ਲੋਕਾਂ ਦੇ ਪੈਸਾ ਹੀ ਹੈ ਨਾ। ਉਹ ਜੇ ਲੋਕਾਂ ਨੂੰ ਖਰੀਦ ਕੇ ਲੋਕਾਂ ਲਈ ਦੇ ਦਿੰਦੇ ਆ ਰਾਸ਼ਨ। ਤੁਹਾਨੂੰ ਕੀ ਲੱਗਦਾ ਕੀ ਹੋਏਗਾ ਹੁਣ, ਜਿੱਦਾਂ ਗੱਲਾਂ ਚੱਲਦੀ ਪਈਆਂ, ਸਾਰਾ ਕੁਝ ਹੋ ਰਿਹਾ ਹੈ? ਸੈਟਲਮੈਂਟ ਤਾਂ ਹੋਏਗੀ ਨਾ, ਅਲਟੀਮੇਟਲੀ ਸੈਟਲਮੈਂਟ ਹੋਏਗੀ। ਕੀ ਸੈਟਲਮੈਂਟ ਹੁੰਦੀ ਹੈ ਇਹਦਾ ਨਹੀਂ ਕੁਝ ਕਿਹਾ ਜਾ ਸਕਦਾ ਕਿ ਕਿਸਾਨ ਕਿੰਨਾ ਕੁ ਲੈ ਕੇ ਜਾਣਗੇ ਤੇ ਕੇਂਦਰ ਸਰਕਾਰ ਕਿੰਨਾ ਕੁ ਗਿਵਨ ਕਰੇਗੀ। ਗਿਵਨ ਤਾਂ ਗਵਰਨਮੈਂਟ ਨੂੰ ਕਰਨਾ ਹੀ ਪੈਣਾ, ਪਰ ਇਹ ਤਾਂ ਨਹੀਂ ਹੁੰਦਾ, ਮੈਨੂੰ ਲੱਗਦਾ ਨਹੀਂ ਕਿ ਤਿੰਨੇ ਬਿੱਲ ਵਿਡਰਾ ਕਰਨਗੇ। ਲੇਕਿਨ ਕਾਫੀ ਸਾਰੇ ਅਮੈਂਡਮੈਂਟਸ ਮੰਨ ਕੇ ਨਾਲ ਇਹਦੇ 3 ਦੂਜੀਆਂ ਡਿਮਾਂਡਾਂ ਨੇ ਕਿ MSP ਕਾਨੂੰਨ ਬਣਾ ਦੇਣਗੇ ਤੇ ਜਾਂ ਏਦਾਂ ਦੀ ਚੀਜ਼ਾਂ ਕਰ ਦੇਣਗੇ ਤੇ ਟੂ ਅਪੀਜ਼ ਦਾ ਫਾਰਮਰਸ ਫॉर ਟਾਈਮ ਬੀਇੰਗ। ਇਲੈਕਸ਼ਨਾਂ ਤੱਕ ਟਾਈਮ ਖਰੀਦਣਗੇ ਪੋਲੀਟੀਕਲ ਪਾਰਟੀਆਂ। ਇਲੈਕਸ਼ਨ ਸਾਨੂੰ ਵੋਟ ਪੈ ਜਾਏ, ਬਸ ਸਾਡਾ ਟਾਈਮ ਨਿਕਲ ਜਾਏ, ਹੁਣ ਬੁਰਾ ਟਾਈਮ ਨਿਕਲ ਜਾਏ। ਕਿਉਂ ਕਾਰਪੋਰੇਟ ਨੇ ਵੀ ਤਾਂ ਪ੍ਰੈਸ਼ਰ ਬਣਾਉਣਗੇ, ਅਸੀਂ ਇੰਨੇ ਪੈਸੇ ਦਿੱਤੇ, ਸਾਡਾ ਤੁਸੀਂ ਕੰਮ ਨਹੀਂ ਕੀਤਾ। ਮੈਨੂੰ ਤਾਂ ਏਦਾਂ ਲੱਗਦਾ ਹੈ ਕਿ ਕਾਰਪੋਰੇਟਸ ਨੇ, ਉਹਨਾਂ ਨੂੰ ਪਤਾ ਸੀਗਾ ਕਿ ਬਈ ਅਸੀਂ ਜਦੇ ਲਾਅ ਪਾਸ ਕਰਾਂਗੇ ਤੇ ਕਿਸਾਨ ਏਦਾਂ ਰਿਐਕਟ ਕਰਾਂਗੇ ਤੇ ਅਸੀਂ ਫਿਰ ਉਹਨਾਂ ਨੂੰ ਅਗਰੀ ਕਰਕੇ ਇੱਥੇ ਮਨਾ ਲਾਂਗੇ। ਬਿਲਕੁਲ, ਇਹ ਤਾਂ ਗੱਲ ਹੈ ਹੀ ਹੈ। ਪਲੱਸ ਜਿਹੜਾ ਕਾਰਪੋਰੇਟ ਨੇ ਬੈਨੀਫਿਟ ਲੈਣੇ ਸੀ ਉਹ ਆਲਰੇਡੀ ਲੈ ਲਏ ਆ। ਜਿਵੇਂ ਤੈਨੂੰ ਕਿਹਾ ਨਾ, ਉਹਨਾਂ ਨੂੰ ਇੰਨੀ ਸਾਰੀ ਜ਼ਮੀਨ, ਉਹਦਾ ਚੇਂਜ ਆਫ ਲੈਂਡ ਯੂਜ਼ ਅਲਾਉ ਕਰਤਾ, ਉਹਨਾਂ ਨੂੰ ਰੇਲ ਹੈਡ ਅਲਾਉ ਕਰ ਦਿੱਤੇ। ਇਹ ਸਾਰੇ ਬੈਨੀਫਿਟ ਪਾ ਕੇ ਜਿੰਨਾ ਕੁ ਉਹਨਾਂ ਨੇ ਪੈਸਾ ਦਿੱਤਾ ਨਾ, ਉਹਦਾ ਆਲਰੇਡੀ ਉਹਨਾਂ ਨੇ ਬੈਨੀਫਿਟ ਲੈ ਲਿਆ ਹੋਇਆ। ਉਹ ਤੇਰਾ ਭਲਾ ਹੋ ਜਾਏ।
ਸੋ ਹੁਣ ਉਹਨਾਂ ਨੇ ਉਹ ਜਿਹੜਾ ਹੋਰ ਮੰਗਦੇ ਆ ਉਹਦੇ 'ਚ ਹੁਣ ਨੈਗੋਸ਼ੀਏਬਲ ਉਹਨਾਂ ਨੇ ਪਹਿਲਾਂ ਹੀ ਪ੍ਰੋਵੀਜ਼ਨ ਰੱਖੀ ਹੁੰਦੀ ਹੈ ਵੀ ਇੰਨੇ ਕੁ ਮੰਨਣਗੇ, ਰੈਜ਼ਿਸਟੈਂਸ ਤਾਂ ਹੋਏਗੀ ਪਰ ਪ੍ਰੈਸ਼ਰ ਰੱਖੇਗੀ ਗਵਰਨਮੈਂਟ ਤਾਂ ਥੋੜਾ ਜ਼ਿਆਦਾ ਮੰਨ ਜਾਣਗੇ। ਇਹ ਉਹਨਾਂ ਨੂੰ ਵੀ ਪਤਾ ਕਾਰਪੋਰੇਟ ਨੂੰ ਵੀ ਪੂਰੀ ਗੱਲ ਨਹੀਂ ਮੰਨੀ ਜਾਣੀ, ਹੌਲੀ ਹੌਲੀ ਮਿਲੇਗਾ। ਬਿਕਾਜ਼ ਜਿੰਨਾ ਕੁਝ ਜੋ ਕਾਰਪੋਰੇਟ ਨੂੰ ਹਲੇ ਤੱਕ ਹਿੰਦੁਸਤਾਨ ਦੀ ਹਿਸਟਰੀ ਵਿੱਚ ਜੋ ਕੁਝ ਗਿਆ ਉਹ ਸਾਰਾ ਥੱਲੇ ਹੀ ਗਿਆ। ਜੇ ਇੰਡਸਟਰੀ ਉਹਨਾਂ ਕੋਲ ਹੈ ਤਾਂ ਇੰਡਸਟਰੀ ਵਿੱਚ ਸਭ ਤੋਂ ਜ਼ਿਆਦਾ ਲੇ ਆਫਸ ਹੋਈਆਂ, ਸਭ ਤੋਂ ਰਿਟਰੈਂਚਮੈਂਟ ਜ਼ਿਆਦਾ ਉੱਥੇ ਹੀ ਹੋਈ ਹੈ। ਲੋਕਾਂ ਨੌਕਰੀਆਂ ਉੱਥੇ ਕੱਢਿਆ ਜਾਂਦਾ ਸਭ ਤੋਂ ਪਹਿਲਾਂ। ਫਿਰ ਵੀ ਲੋਕੀ ਆਪਣੇ ਆਪ ਤੇ ਸੈਲਫ ਡਿਪੈਂਡੈਂਟ ਨੇ, ਆਪਣੀ ਕਮਾਈ ਕਰਦੇ ਨੇ, ਆਪਣੀ ਮਿਹਨਤ ਕਰਦੇ ਨੇ, ਕਮਾ ਕੇ ਖਾ ਲੈਂਦੇ ਨੇ। ਇੰਡਸਟਰੀ ਵਿੱਚ ਤਾਂ ਲੋਕਾਂ ਨੂੰ ਕੱਢਿਆ ਹੀ ਗਿਆ ਨਾ, ਰੱਖਿਆ ਤੇ ਨਹੀਂ ਗਿਆ ਨਾ, ਕੋਈ ਇੰਪਲੋਇਮੈਂਟ ਕੋਈ ਚੰਗੀ ਕੰਡੀਸ਼ਨ ਤੇ ਨਹੀਂ ਕੀਤੀ ਨਾ, ਜਿਹੜੀ ਸ਼ੁਰੂ ਤੋਂ ਹੀ ਕਾਰਪੋਰੇਟ ਕੋਲ ਹੈ। ਤੇ ਜੇ ਹੁਣ ਮੈਡੀਕਲ ਕੇਅਰ ਦਿੱਤੀ ਹੈ ਉੱਥੇ ਹੀ ਬੁਰਾ ਹਾਲ ਹੋ ਗਿਆ, ਜੇ ਐਜੂਕੇਸ਼ਨ ਦਿੱਤੀ ਹੈ ਤਾਂ ਉੱਥੇ ਹੀ ਬੁਰਾ ਹਾਲ ਹੋ ਗਿਆ। ਹੁਣ ਲੋਕੀ ਓਪਨ ਹੋ ਗਏ, ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਹੁਣ ਵੱਡੀ ਗੇਮ ਹੈ, ਅਸੀਂ ਗੋਰਿਆਂ ਤੋਂ ਆਜ਼ਾਦੀ ਲਈ ਹੈ ਤੇ ਹੁਣ ਕਾਰਪੋਰੇਟ ਦੀ ਗੁਲਾਮੀ ਕਰਨੀ ਪੈਣੀ ਸਾਨੂੰ। ਇੱਕ ਤਾਂ ਹਿਸਟਰੀ ਹੈਜ਼ ਸ਼ੋਨ ਅਸ ਕਿ ਬਈ ਜਦ ਵੀ ਕੋਈ ਵੀ ਵੱਡੀ ਜਿੱਦਾਂ ਐਜੂਕੇਸ਼ਨ ਹੋ ਗਈ, ਹੈਲਥ ਕੇਅਰ ਹੋ ਗਈ, ਕੁਝ ਵੀ ਹੈ, ਅਸੀਂ ਕਾਰਪੋਰੇਟ ਨੂੰ ਦਿੱਤਾ ਹੈ ਇੰਡੀਆ 'ਚ, ਭਾਰਤ ਵਿੱਚ, ਉਹਦਾ ਕੋਈ ਇੰਪਰੂਵਮੈਂਟ ਨਹੀਂ ਹੋਇਆ। ਪਬਲਿਕ ਸੈਕਟਰ ਦਾ ਪਬਲਿਕ ਸੈਕਟਰ ਦਾ ਫੇਲ ਹੋ ਗਿਆ ਬਿਲਕੁਲ। ਉਹਦੇ ਉਹਨਾਂ ਨੇ ਫੇਲ ਕਰ ਦਿੱਤਾ ਜਾਣ ਕੇ। ਸਰਕਾਰੀ ਸਕੂਲ ਫੇਲ ਹੋ ਗਏ, ਪ੍ਰਾਈਵੇਟ ਸਕੂਲਾਂ ਦੀ ਇੰਨੀ ਚੜ੍ਹਤ ਹੋ ਗਈ, ਵੱਡੇ ਮਤਲਬ ਸਾਰਾ ਕੁਝ ਹੌਲੀ ਹੌਲੀ ਕਰਕੇ ਹਸਪਤਾਲ ਪ੍ਰਾਈਵੇਟ ਚੱਲ ਪਏ ਵਧੀਆ, ਫੋਰਟਿਸ, ਅਪੋਲੋ ਤੇ ਮੈਕਸ। ਸਰਕਾਰੀ ਹਸਪਤਾਲਾਂ ਕੋਈ ਜਾਂਦਾ ਨਹੀਂ, ਉੱਥੇ ਕੋਈ ਫੈਸਿਲਿਟੀ ਨਹੀਂ ਹੁੰਦੀ, ਜਾਂ ਡਾਕਟਰ ਨਹੀਂ ਹੁੰਦਾ, ਜਾਂ ਮਸ਼ੀਨ ਨਹੀਂ ਹੁੰਦੀ। ਹੌਲੀ ਹੌਲੀ ਉਹਨਾਂ ਨੂੰ ਫੇਲ ਕੀਤਾ ਜਾ ਰਿਹਾ ਬਸ। ਜਦੋਂ ਵੀ ਕਿਸਾਨਾਂ ਨੇ ਪ੍ਰੋਟੈਸਟ ਕੀਤੇ ਨੇ, ਐਜੀਟੇਸ਼ਨ ਕੀਤਾ ਹੈ, ਐਗਜ਼ਾਮਪਲ ਦੱਸ ਰਹੇ ਸੀਗੇ, ਸਟੋਰੀਜ਼ ਦੱਸ ਰਹੇ ਸੀਗੇ, ਉਹ ਜਰਾ ਦੱਸੋ ਮਾੜਾ ਜਿਹਾ। ਐਗਜ਼ਾਮਪਲ ਇਹ ਸੀ ਕਿ 1907 ਵਿੱਚ ਪਹਿਲਾ ਜੋ ਐਜੀਟੇਸ਼ਨ ਹੋਇਆ ਨਾ, ਉਦੋਂ ਬ੍ਰਿਟਿਸ਼ ਗਵਰਨਮੈਂਟ ਸੀ, ਗੁਲਾਮ ਸੀ ਹਿੰਦੁਸਤਾਨ। ਉਦੋਂ ਉਹਨਾਂ ਨੇ ਇੱਕ ਬਿਲਕੁਲ ਏਦਾਂ ਦੇ 3 ਲਾਅ ਬਣਾਈ ਸੀ ਉਦੋਂ ਵੀ। ਤੇ ਉਦੋਂ ਉਹ ਇੱਕ ਬੰਦੇ ਨੇ, ਪੋਇਟ ਨੇ, ਇੱਕ ਪੋਇਮ ਲਿਖੀ ਸੀ ਜਿਹੜਾ ਲਾਲਾ ਬਾਂਕੇ ਦਿਆਲ, ਕਿ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। ਉਹ ਇੰਨੀ ਪਾਪੂਲਰ ਹੋ ਗਈ ਕਿ ਸਾਰਾ ਪੰਜਾਬ ਉਹ ਹਰ ਵੇਲੇ ਗਾਉਂਦਾ ਰਹਿੰਦਾ ਸੀ। ਤੇ ਉਹਦੇ ਬੇਸ ਤੇ ਕਿਸਾਨਾਂ ਨੇ ਐਜੀਟੇਸ਼ਨ ਸ਼ੁਰੂ ਕੀਤਾ। ਜਿਹੜਾ ਭਗਤ ਸਿੰਘ ਦਾ ਪਿਓ ਸੀ ਕਿਸ਼ਨ ਸਿੰਘ, ਤੇ ਚਾਚਾ ਸੀ ਅਜੀਤ ਸਿੰਘ, ਤੇ ਇੱਕ ਬੰਦਾ ਹੋਰ ਸੀ ਘਸੀਟਾ ਰਾਮ, ਉਹਨਾਂ ਦਾ ਦੋਸਤ। ਉਹਨਾਂ ਨੇ ਉਹ ਐਜੀਟੇਸ਼ਨ ਸਪੀਅਰਹੈਡ ਕੀਤਾ ਤੇ ਅਲਟੀਮੇਟਲੀ ਪਹਿਲਾਂ ਬ੍ਰਿਟਿਸ਼ ਗਵਰਨਮੈਂਟ ਨੇ ਜਿੱਦਾਂ ਹੁਣ ਕਿਹਾ ਅਮੈਂਡਮੈਂਟ ਕਰ ਦਿੰਦੇ ਆ, ਕੁਛ ਅਮੈਂਡਮੈਂਟਾਂ ਉਹਨੇ ਕਿਹਾ ਨਹੀਂ, ਸਾਨੂੰ ਅਮੈਂਡਮੈਂਟਾਂ ਮਨਜ਼ੂਰ ਹੀ ਨਹੀਂ। ਲਈ ਬ੍ਰਿਟਿਸ਼ ਗਵਰਨਮੈਂਟ ਨੇ ਉਹ ਫਿਰ 3 ਲਾਅ ਜਿਹੜੇ ਸੀ ਉਹ ਵਿਡਰਾ ਕੀਤੇ। ਉਹ ਲਾਅ ਕੀ ਸੀ ਉਹਨਾਂ ਦੇ? ਇੱਕ ਲਾਅ ਇਹ ਸੀ, ਜਿਹੜਾ ਲਾਇਲਪੁਰ ਹੈ ਨਾ, ਉਹ ਇਲਾਕਾ ਸੀ ਬੜਾ ਮਾਊਂਟੇਨੀਅਸ ਐਵੇਂ ਸੀ। ਉਹਨੂੰ ਕਹਿੰਦੇ ਤੁਸੀਂ ਇਹਨੂੰ ਡਿਵੈਲਪ ਕਰੋ, ਸਾਫ਼ ਕਰੋ ਇਹਨੂੰ। ਉਹਨਾਂ ਨੇ ਉਹ ਡਿਵੈਲਪ ਕਰਤਾ, ਬਹੁਤ ਫਰਟਾਈਲ ਲੈਂਡ ਬਣਾਤੀ, ਐਗਰੀਕਲਚਰ ਪਲਾਨ ਬਣਾਤਾ, ਇੱਕ ਪੁਰਾਣੇ ਅਨਡਿਵਾਈਡਡ ਇੰਡੀਆ ਵਿੱਚ ਸਭ ਤੋਂ ਵੱਡਾ ਐਗਰੀਕਲਚਰ ਸੈਂਟਰ ਬਣਾਤਾ। ਬ੍ਰਿਟਿਸ਼ ਗਵਰਨਮੈਂਟ ਨੇ ਲਾਅ ਲਿਆਂਦਾ ਕਲੋਨੀਅਲ ਐਕਟ 1907। ਉਹਦੇ 'ਚ ਕਿਹਾ ਕਿ ਜੇ ਇੱਕ ਕਿਸਾਨ ਦੇ 4 ਬੱਚੇ ਆ ਜਾਂ 5 ਬੱਚੇ ਆ, ਜਿਹੜਾ ਵੱਡਾ ਬੱਚਾ ਹੈ ਉਹ 18 ਸਾਲ ਤੋਂ ਘੱਟ ਉਮਰ 'ਚ ਮਰ ਜਾਂਦਾ ਤੇ ਬਾਕੀ ਭਰਾਵਾਂ ਨੂੰ ਜਾਂ ਬਾਕੀ ਬੱਚਿਆਂ ਨੂੰ ਲੈਂਡ ਨਹੀਂ ਮਿਲੇਗੀ, ਉਹ ਲੈਂਡ ਗਵਰਨਮੈਂਟ ਖੋਲੇਗੀ ਵਾਪਸ। ਇਹ ਕੀ ਰੂਲ ਹੋਇਆ? ਫਿਰ ਉਹਨਾਂ ਨੇ ਕਿਹਾ ਜਿਹੜਾ ਪਾਣੀ ਅੱਪਰ ਬਾਰੀ ਦੁਆਬ ਕਨਾਲ ਹੈ, ਨਹਿਰਾਂ ਅੰਗਰੇਜ਼ਾਂ ਨੇ ਬਣਾਈਆਂ ਸੀ, ਇਹਦਾ ਪਾਣੀ ਏਦਾਂ ਦੇਾਂਗੇ, ਏਦਾਂ ਕਰਾਂਗੇ, ਏਦਾਂ ਮਿਲੇਗਾ, ਨਹੀਂ ਤਾਂ ਨਹੀਂ ਪਾਣੀ ਦੇਾਂਗੇ। ਉਹ ਵੀ ਉਹਨਾਂ ਨੇ ਰਿਜੈਕਟ ਕਰਤਾ। ਏਦਾਂ 3 ਲਾਅ ਬਣਾਏ ਸੀ। ਅਲਟੀਮੇਟਲੀ ਬ੍ਰਿਟਿਸ਼ ਗਵਰਨਮੈਂਟ, ਜਿਹੜੀ ਕਿ ਬਹੁਤ ਪਾਵਰਫੁਲ ਸੀ ਇੰਡੀਅਨ ਗਵਰਨਮੈਂਟ ਨਾਲੋਂ, ਜਿਹਦਾ ਕਦੇ ਸੂਰਜ ਨਹੀਂ ਡੁੱਬਦਾ ਸੀ, ਸਾਰੀ ਦੁਨੀਆ ਤੇ ਰਾਜ ਕਰਦਾ ਸੀ ਬ੍ਰਿਟਿਸ਼, 3 ਲਾਅ ਵਿਡਰਾ ਕਰਨੇ ਪਏ ਸੀ। ਤੋਂ ਉਹਨੂੰ ਕਹਿੰਦੇ ਸੀ ਪਗੜੀ ਸੰਭਾਲ ਜੱਟਾ ਮੋਰਚਾ ਕਿਸਾਨਾਂ ਦਾ। ਉਹ ਜਿੱਤ ਕੇ ਕਿਸਾਨ ਉਸ ਵੇਲੇ ਵੀ। ਪਰ ਇਹ ਜ਼ਿਆਦਾ ਇਲਾਕਾ ਸੀ ਉਸ ਵੇਲੇ ਜਿਹੜਾ ਹੁਣ ਪਾਕਿਸਤਾਨ ਚਲੇ ਗਿਆ, ਪੰਜਾਬ, ਉਧਰ ਜਾ ਰਿਹਾ ਸੀ, ਪਰ ਬਾਕੀ ਸਾਰੇ ਪੰਜਾਬ ਫੈਲ ਗਿਆ ਸੀ। ਉਦੋਂ ਵੀ ਬੜੀ ਮੈਸ ਸਪੋਰਟ ਹੋਈ ਸੀ। ਉਹ ਫਿਰ ਜਿੱਤੇ। ਫਿਰ 84 ਚ ਜਦੋਂ ਤੁਸੀਂ ਜੰਮੇ ਵੀ ਨਹੀਂ ਸੀ, ਉਦੋਂ ਚੰਡੀਗੜ੍ਹ ਚ ਉਹਨਾਂ ਨੇ ਬਿਜਲੀ ਦੇ ਰੇਟ ਵਧਾ ਦਿੱਤੇ ਪੰਜਾਬ ਸਰਕਾਰ ਨੇ। ਤੇ ਉਸ ਵੇਲੇ ਮਿਲੀਟੈਂਸੀ ਸੀ, ਸਾਰੇ ਵੇਲੇ ਸਿਕਿਉਰਿਟੀ ਫੋਰਸਿਸ ਹੱਥਾਂ ਤੇ, ਪੀਪੀ, CRPF, ਇਹ ਉਹ ਲੱਗੀਆਂ ਹੁੰਦੀਆਂ, BSF ਸੜਕਾਂ ਤੇ ਵੀ ਕਰਫਿਊ ਟਾਈਪ ਸਿਚੁਏਸ਼ਨ ਹੁੰਦੀ ਸੀ। ਉਹਨਾਂ ਨੇ 7 ਦਿਨ ਰਾਜ ਭਵਨ, ਪੰਜਾਬ ਰਾਜ ਭਵਨ, ਹਰਿਆਣਾ ਰਾਜ ਭਵਨ, ਗੋਲਫ ਕਲੱਬ, ਸੁਖਨਾ ਲੇਕ ਬਿਲਕੁਲ ਬੰਦ ਕਰਤੇ। ਆਪਣੇ ਟਰਾਲੀਆਂ ਭਰ ਕੇ ਲਾਏ, ਇੱਥੇ ਹੀ ਰੋਟੀ, ਲੰਗਰ, ਪਾਣੀ ਸਭ ਕੁਝ ਇੱਥੇ ਹੀ। ਕਿਚਨ ਬਣਾ ਲਈਆਂ, ਆਪਣੀਆਂ ਕੋਠੀਆਂ ਬਣਾ ਲਈ, ਕੋਠੀਆਂ ਕਿ ਤੰਬੂਆਂ ਦੀਆਂ ਕੋਠੀਆਂ ਬਣਾ ਲਈਆਂ। ਉਹ ਲਾ ਕੇ ਨਾ ਟੁੱਟੀਆਂ ਟਾਹਣੀਆਂ, ਔਰ ਐਂਟੀਨਾ, ਟੀਵੀ ਦਾ ਐਂਟੀਨਾ ਹੈ, ਬਾਹਰ ਨਾਂ ਲਿਖਤਾ ਅਜਮੇਰ ਸਿੰਘ ਲੱਖੋਵਾਲ, ਕੋਠੀ ਨੰਬਰ 100, ਰਾਜ ਚੱਲਦਾ ਸੀ। ਔਰ ਗਵਰਨਰ ਨੂੰ ਰਾਜ ਭਵਨ ਚੋਂ ਨਿਕਲਣ ਨਹੀਂ ਦਿੱਤਾ ਸੀ ਇੱਕ ਦਿਨ ਵੀ ਬਾਹਰ, ਨਾ ਜਾਣ ਤਾਂ ਅੰਦਰ ਕਿਸੇ ਨੂੰ, ਨਾ ਬਾਹਰ ਆਉਣ ਦਿੱਤਾ। ਉਸ ਵੇਲੇ ਮਿਲੀਟੈਂਸੀ, ਟੈਰਰਿਜ਼ਮ ਟੌਪ ਤੇ ਸੀ, ਪੀਕ ਤੇ ਸੀ, ਸਿਕਿਉਰਿਟੀ ਫੋਰਸਿਸ ਕੋਲ ਪੂਰੀਆਂ ਪਾਵਰਾਂ ਸੀ। ਉਦੋਂ ਵੀ ਫਿਰ ਇਹਨਾਂ ਨੇ ਗਵਰਨਮੈਂਟ ਨੂੰ ਝੁਕਣਾ ਪਿਆ ਤੇ ਰੇਟ ਘਟਾਣੇ ਪਏ ਬਿਜਲੀ ਦੇ। ਤੋਂ 84 7 ਦਿਨ ਪੂਰਾ ਰਾਜ ਭਵਨ ਘਰਾਓ ਰੱਖਿਆ। 14 ਮਹੀਨੇ ਪਹਿਲਾਂ ਐਜੀਟੇਸ਼ਨ ਚੱਲਿਆ ਸੀ ਪੰਜਾਬ 'ਚ। ਉਸ ਤੋਂ ਬਾਅਦ ਚੰਡੀਗੜ੍ਹ ਆ ਗਏ। ਚੰਡੀਗੜ੍ਹ ਆ ਕੇ ਫਿਰ ਬਹਿ ਹੀ ਗਏ ਰਾਜ ਭਵਨ ਦੇ ਬਾਹਰ। ਸਾਰੇ ਪਾਸੇ ਪੂਰਾ ਘੇਰਿਆ ਸੀ, ਗੋਲਫ ਕਲੱਬ ਪੂਰਾ ਭਰਿਆ ਹੁੰਦਾ ਸੀ ਲੋਕਾਂ ਨਾਲ, ਬੈਠੇ ਸੀ ਸਾਰੇ ਉੱਥੇ ਹੀ ਸੌਂਦੇ ਸੀ, ਉੱਥੇ ਹੀ ਬਹਿ ਜਾਂਦੇ ਸੀ ਬਸ। ਇਹ ਮਾਰਚ ਹੋਇਆ। ਜੂਨ 'ਚ ਫਿਰ ਆਪਰੇਸ਼ਨ ਬਲੂ ਸਟਾਰ ਹੋ ਗਿਆ। ਜੂਨ ਤੋਂ ਬਾਅਦ ਜਦੋਂ ਆਪਰੇਸ਼ਨ ਬਲੂ ਸਟਾਰ ਗੋਲਡਨ ਟੈਂਪਲ ਤੇ ਹਮਲਾ ਕਰਤਾ, ਹੋਰ ਗੁਰਦੁਆਰੇ ਤੇ ਹਮਲਾ ਕਰਤਾ, ਫਿਰ ਜਿਹੜਾ ਸੀ ਉਹ ਜ਼ਿਆਦਾ ਮੂਵਮੈਂਟ ਜਿਹੜੀ ਸੀ ਜ਼ਿਆਦਾ ਵਾਇਲੈਂਟ ਹੋ ਗਈ। ਸਿਚੁਏਸ਼ਨ ਇੰਨੀ ਮਾੜੀ ਨਹੀਂ ਸੀ 84 ਵਿੱਚ, ਮਾਰਚ ਅਪ੍ਰੈਲ 'ਚ ਕੋਈ ਮਾੜੀ ਸਿਚੁਏਸ਼ਨ ਨਹੀਂ ਸੀ। ਇਹ ਜਾ ਕੇ ਜੂਨ ਦੇ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ, ਕਰਫਿਊ ਲੱਗੇ, ਉਸ ਤੋਂ ਬਾਅਦ ਆਰਮੀ ਲੱਗੀ। ਆਰਮੀ ਨੇ ਗੁਰਦੁਆਰੇ ਮੰਦਿਰਾਂ ਤੇ ਹਮਲੇ ਕੀਤੇ, ਗੁਰਦੁਆਰੇ ਸਾਰਿਆਂ ਤੇ, ਪੰਜਾਬ 64 ਗੁਰਦੁਆਰਿਆਂ ਦੇ, ਤੇ ਲੋਕਾਂ ਨੂੰ ਮਾਰਿਆ, ਟੈਂਕ ਯੂਜ਼ ਕੀਤੇ ਤੇ ਤੋਪਾਂ ਯੂਜ਼ ਕੀਤੀਆਂ ਤੇ ਹੋਰ ਵੈਪਨ ਯੂਜ਼ ਕੀਤੇ। ਤੇ ਫਿਰ ਉਸ ਤੋਂ ਬਾਅਦ ਸਿਚੁਏਸ਼ਨ ਖਰਾਬ ਹੋਣੀ ਸ਼ੁਰੂ ਹੋ ਗਈ।
ਜਦ ਵੀ ਕਿਸਾਨਾਂ ਨੇ ਪਹਿਲਾਂ ਐਜੀਟੇਸ਼ਨ ਤੇ ਪ੍ਰੋਟੈਸਟ ਕੀਤੀ ਹੈ ਹਮੇਸ਼ਾ ਪੀਸਫੁਲ ਰਹੇ, ਨੰਬਰ 1। ਨੰਬਰ 2, ਬਹੁਤ ਲਾਰਜ ਨੰਬਰ 'ਚ ਇਕੱਠੇ ਹੋ ਜਾਂਦੇ ਨੇ ਕਿਸਾਨ, ਮੈਸਿਵ ਪਾਰਟਿਸਿਪੇਸ਼ਨ ਹੁੰਦੀ ਹੈ, ਪੀਸਫੁਲ ਰਹਿੰਦੇ ਨੇ ਔਰ ਕਿਸੇ ਸਿਆਸੀ ਪਾਰਟੀ, ਪੋਲੀਟੀਕਲ ਪਾਰਟੀ ਨਾਲ ਨਹੀਂ ਜਾਂਦੇ, ਦੇ ਰਿਮੇਨ ਏਪੋਲੀਟੀਕਲ। ਤੇ ਇਸ ਕਰਕੇ ਕੋਈ ਪਾਰਟੀ ਨਹੀਂ ਕਹਿ ਸਕਦੀ ਕਿ ਸਾਨੂੰ ਕ੍ਰੈਡਿਟ ਹੈ, ਸਾਨੂੰ ਕ੍ਰੈਡਿਟ ਹੈ, ਨਾ, ਕਿਸੇ ਨੂੰ ਨਹੀਂ ਜਾਂਦੇ। ਹੁਣ ਵੀ ਇਹਨਾਂ ਨੇ ਕਿਸੇ ਪੋਲੀਟੀਕਲ ਪਾਰਟੀ ਦੇ ਬੰਦੇ ਨੂੰ ਅਲਾਉ ਨਹੀਂ ਕੀਤਾ, 1907 ਵਿੱਚ ਵੀ, 1984 ਵਿੱਚ ਵੀ, ਤੇ ਹੁਣ ਵੀ ਨੋ ਪੋਲੀਟੀਕਲ ਪਾਰਟੀ। ਇਕਨੋਮਿਕ ਸਸਟੇਨੈਂਸ ਜਿਹੜੀ ਹੈ ਨਾ, ਜਿਹਦੇ ਤੋਂ ਰੋਟੀ ਖਾਣੀ ਹੈ, ਜਿਹੜਾ ਸਸਟੇਨੈਂਸ ਹੈ, ਰਹਿਣਾ, ਸਰਵਾਈਵਲ ਆ, ਉਹ ਕੁਐਸਚਨ ਹੁੰਦਾ। ਇਸ ਕਰਕੇ ਉਹ ਸਾਰੇ ਇਕੱਠੇ ਹੋ ਜਾਂਦੇ ਨੇ ਉਸ ਇਸ਼ੂ ਤੇ। ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਢੰਗ ਨਾਲ ਸੂਟ ਕਰਦੀਆਂ ਨੇ, ਕਿ ਕੱਲ ਪੋਲੀਟੀਕਲ ਪਾਰਟੀਆਂ ਨੇ ਤਾਂ ਰੂਲ ਬਣਾਉਣੇ ਹੁੰਦੇ ਨੇ, ਕਾਨੂੰਨ ਬਣਾਉਣੇ ਹੁੰਦੇ ਨੇ ਜਿਹੜੇ ਕਿਸਾਨਾਂ ਦੇ ਅਗੇਂਸਟ ਜਾਂਦੇ ਨੇ, ਕਿਉਂਕਿ ਹਰੇਕ ਪੋਲੀਟੀਕਲ ਪਾਰਟੀ ਨੇ ਤਾਂ ਹੋਣਾ ਹੀ ਹੁੰਦਾ ਨਾ, ਇਲੈਕਸ਼ਨ ਫੰਡ ਇਕੱਠਾ ਕਰਨਾ ਤੇ ਵੱਡੇ ਵੱਡੇ ਕਾਰਪੋਰੇਟ ਹਾਊਸਾਂ ਨੂੰ, ਇੰਡਸਟਰੀਅਲ ਹਾਊਸਾਂ ਨੂੰ, ਮੋਨੋਪੋਲੀ ਹਾਊਸਾਂ ਨੂੰ ਕਿਸਾਨਾਂ ਨੂੰ ਕੰਸੈਸ਼ਨ ਦੇਣੇ ਹੁੰਦੇ ਆ, ਜਿਵੇਂ ਬਿਜਲੀ ਫ੍ਰੀ ਕਰਤੀ ਬਾਦਲ ਨੇ, ਕਿਸੇ ਨੇ ਉਹ ਕਰਤਾ। ਤੇ ਉਹ ਪੋਲੀਟੀਕਲ ਪਾਰਟੀਆਂ ਤੋਂ ਇਸ ਕਰਕੇ ਉਮੀਦ ਨਹੀਂ ਰੱਖਦੇ ਕਿ ਸਾਨੂੰ ਪੋਲੀਟੀਕਲ ਪਾਰਟੀ ਕੁਝ ਦੇਗੀ। ਪੰਜਾਬ ਦੇ ਫਾਰਮਰ ਦੀ ਜਿਹੜੀ ਇਕਨੋਮਿਕ ਸਿਚੁਏਸ਼ਨ ਆ, ਉਹ ਅੱਜ ਉਦਾਂ ਦੀ ਉਦਾਂ ਹੀ ਹੈ ਜਿਹੜੀ 100 ਸਾਲ ਪਹਿਲਾਂ। ਅੱਜ ਵੀ ਹੈਂਡ ਟੂ ਮਾਊਥ ਹੀ ਆ, ਉਹ ਕਰਜ਼ੇ ਕੁਰਜ਼ੇ ਨਾਲ ਆਪਣਾ ਸ਼ੋਅ ਆਫ ਤਾਂ ਕਰ ਲੈਂਦਾ, ਜਾਂ ਬੱਚੇ ਜਿਹੜੇ ਬਾਹਰ ਬੈਠੇ ਆ ਕੈਨੇਡਾ ਅਮਰੀਕਾ, ਉੱਥੋਂ ਪੈਸੇ ਆ ਗਏ, ਉਹਦੇ ਨਾਲ ਸ਼ੋਅ ਆਫ ਤਾਂ ਕਰ ਲੈਂਦਾ, ਲੇਕਿਨ ਅਦਰਵਾਈਜ਼ ਉਹਦੀ ਸਿਚੁਏਸ਼ਨ ਇੱਕ ਸ਼ਹਿਰ ਵਿੱਚ ਇੰਡਸਟਰੀਅਲਿਸਟ ਜਾਂ ਬਿਜ਼ਨਸਮੈਨ ਤੋਂ ਮਾੜੀ ਹੈ। ਅੱਜ ਵੀ ਉਹੀ ਹਾਲ ਹੈ, ਫਸਲ ਮਰ ਗਈ, ਪੈ ਗਏ, ਹੜ੍ਹ ਆ ਗਏ, ਫਸਲ ਮਰ ਗਈ, ਕੰਪਨਸੇਸ਼ਨ ਕਿੰਨੀ ਮਿਲਦੀ ਹੈ? ਥੋੜੀ ਜਿਹੀ ਕੰਪਨਸੇਸ਼ਨ ਮਿਲਦੀ ਹੈ। ਹੁਣ ਮੈਂ ਕੋਸ਼ਿਸ਼ ਕਰਦਾ ਕਿ ਮੈਂ ਫੇਸਬੁੱਕ, ਟਵਿੱਟਰ ਇਹ ਸਾਰਾ ਆਨਲਾਈਨ ਨਾ ਪੜਾਂ, ਕਿਉਂਕਿ ਉੱਥੇ ਨਾ ਹਰੇਕ ਕੋਈ ਬੰਦਾ ਆਪਣਾ ਜਾਂ ਤਾਂ ਕੋਈ ਪੋਲੀਟੀਕਲ ਪੁਆਇੰਟ ਦੱਸਦਾ ਹੈ ਜਾਂ ਜਿਹਨੂੰ ਕੁਝ ਪਤਾ ਹੀ ਨਹੀਂ ਹੈ। ਕਿਉਂਕਿ ਲੋਕੀ ਅੱਜ ਕੱਲ੍ਹ ਕੀ ਕਰਦੇ, ਲੋਕੀ ਸਿਰਫ ਆਨਲਾਈਨ ਪੜ੍ਹਦੇ ਆ, ਮਤਲਬ ਆਪਣਾ ਕਿਸੇ ਦੀ ਹੈਡਲਾਈਨ ਪੜ੍ਹ ਲਈ, ਕਿਸੇ ਦਾ ਟਵੀਟ ਪੜ੍ਹ ਲਿਆ ਤੇ ਬਸ ਆਪਣੀ ਅਜ਼ੰਪਸ਼ਨ ਜੀ ਬਣਾ ਲਈ ਕਿ ਬਈ ਇਹ ਹੋ ਰਿਹਾ, ਆਪਣੇ ਇੰਪ੍ਰੈਸ਼ਨ ਬਣਾ ਲੈਂਦੇ, ਗਲਤ ਮਤਲਬ ਜੋ ਵੀ ਬਣ ਗਿਆ। They get very colored view। ਆਖਰੀ ਸਵਾਲ, ਇਹ ਕਿਸਾਨ ਤੇ ਇੰਡੀਆ ਦੀ ਜੋ ਗਵਰਨਮੈਂਟ ਸਰਕਾਰ ਹੈ, ਇਹ ਉਹਦੇ ਵਿੱਚ ਇਸ਼ੂ ਹੈਗਾ। ਹੁਣ ਇਹਦੇ ਚ ਜੋ ਜਿੱਦਾਂ ਕੈਨੇਡਾ ਹੋ ਗਿਆ ਜਾਂ ਹੋਰ ਮੁਲਕ ਦੇ ਮਤਲਬ ਸਰਕਾਰਾਂ ਹੈਗੀਆਂ, ਉਹਨਾਂ ਦਾ ਕੋਈ ਇਨਫਲੂਐਂਸ ਹੈਗਾ ਇਸ ਡਿਸੀਜਨ ਤੇ? ਇਨਫਲੂਐਂਸ ਹੁੰਦਾ ਹੈ। ਦੇਖੋ ਕੀ ਹੁੰਦਾ, ਅੱਜ ਕੱਲ੍ਹ ਜਿਹੜੀ ਡਿਪਲੋਮੇਸੀ ਹੈ ਨਾ, ਉਹ ਕਈ ਬੇਸਿਕ ਇਸ਼ੂਜ਼ ਹੁੰਦੇ ਨੇ ਜਿਹਦੇ ਵਿੱਚ ਹਰੇਕ ਕੰਟਰੀ ਦੀ ਰੇਟਿੰਗ ਕੀਤੀ ਜਾਂਦੀ ਹੈ ਕਿ ਤੁਹਾਡੀ ਹਿਊਮਨ ਰਾਈਟਸ ਵਾਇਲੇਸ਼ਨਸ ਕਿੰਨੀਆਂ ਹੁੰਦੀਆਂ ਨੇ, ਤੁਹਾਡੇ ਲੋਕ ਕਿੰਨੇ ਸਿਕਿਉਰ ਨੇ, ਤੁਸੀਂ ਉਹਨਾਂ ਲੋਕਾਂ ਨੂੰ, ਉਹਨਾਂ ਦੀ ਹੈਲਥ ਕੇਅਰ, ਉਹਨਾਂ ਨੂੰ ਲੁੱਕ ਆਫਟਰ ਕਰਦੇ ਹੋ ਕਿ ਨਹੀਂ ਕਰਦੇ, ਤੁਹਾਡੇ ਬਾਰਡਰ ਤੇ ਤੁਹਾਡੇ ਰਿਲੇਸ਼ਨ ਬਾਕੀ ਨੇਬਰਸ ਨਾਲ ਕਿੱਦਾਂ ਨੇ, ਤੁਸੀਂ ਜ਼ਿਆਦਾ ਪੈਸਾ ਨਿਊਕਲੀਅਰ ਵੈਪਨਸ ਹੋਰ ਵੈਪਨਸ ਤੇ ਨਹੀਂ ਖਰਚ ਕਰ ਰਹੇ ਤੇ ਲੋਕਾਂ ਦੀ ਭਲਾਈ ਨਹੀਂ ਖਰਚ ਕਰ ਰਹੇ। ਇਸ ਤਰ੍ਹਾਂ ਦੇ ਇਸ਼ੂ ਜਦੋਂ ਹੁਣ ਲੋਕ ਕਹਿੰਦੇ ਕਿ ਡੈਮੋਕ੍ਰੇਸੀ ਵਿੱਚ ਜੇ ਤੁਸੀਂ ਪ੍ਰੋਟੈਸਟ ਨਹੀਂ ਕਰਨ ਦਿੰਦੇ, ਇਹਦਾ ਮਤਲਬ ਤੁਸੀਂ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੇ ਹੋ। ਉਹ ਫਿਰ ਇੱਕ ਡਿਪਲੋਮੈਟਿਕ ਇਸ਼ੂ ਬਣ ਜਾਂਦਾ ਵੱਡਾ, ਉਹਦੇ ਵਿੱਚ ਦੇਸ਼ ਦੀ ਬਦਨਾਮੀ ਬੜੀ ਹੁੰਦੀ ਹੈ। ਲੋਕੀ ਕਹਿੰਦੇ ਕਿ ਇੰਡੀਆ ਦਾ ਉਹ ਉੱਥੇ ਲੋਕਾਂ ਨੂੰ ਉੱਥੇ ਟੀਅਰ ਗੈਸ ਸ਼ੈਲ ਚਲਾਉਂਦੇ ਨੇ, ਉੱਥੇ ਲੋਕਾਂ ਨੂੰ ਲਾਠੀਆਂ ਮਾਰਦੇ ਨੇ, ਉੱਥੇ ਵਾਟਰ ਕੈਨਨ ਯੂਜ਼ ਕਰਦੇ ਨੇ। ਸੋ ਉਹ ਜਿਹੜੀ ਇੱਕ ਬੇਇੱਜ਼ਤੀ ਹੁੰਦੀ ਹੈ ਦੇਸ਼ ਦੀ, ਉਹਦੇ ਵਿੱਚ ਫਿਰ ਇਹ ਕੰਟਰੀ ਕਹਿੰਦੇ ਨੇ ਕਿ ਸਾਡੇ ਬਹੁਤ ਸਾਰੇ ਲੋਕ ਜਿਹੜੇ ਕੈਨੇਡੀਅਨ ਨੇ ਉਹ ਇੰਡੀਆ ਤੋਂ ਆਏ ਨੇ, ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ, ਭੈਣਾਂ, ਭਰਾਵਾਂ ਦਾ ਫਿਕਰ ਹੈ। ਸੋ ਇੰਡੀਆ ਗਵਰਨਮੈਂਟ ਨੂੰ ਪ੍ਰੋਟੈਸਟ ਕਰਦੇ ਨੇ ਕਿ ਤੁਸੀਂ ਸਾਡੇ ਲੋਕਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਤੁਸੀਂ ਕਿਉਂ ਏਦਾਂ ਕਰ ਰਹੇ ਹੋ। ਸੋ ਏਦਾਂ ਹੀ ਕੈਨੇਡੀਅਨ ਗਵਰਨਮੈਂਟ, ਏਦਾਂ ਹੀ ਹੋਰ ਗਵਰਨਮੈਂਟਾਂ ਨੇ ਵੀ, ਯੂਨਾਈਟਿਡ ਨੇਸ਼ਨ ਨੇ ਵੀ ਕਿਹਾ ਕਿ ਡੈਮੋਕ੍ਰੈਟਿਕ ਪ੍ਰੋਟੈਸਟ ਕਰਨਾ ਹਰੇਕ ਦਾ ਰਾਈਟ ਹੈ, ਤੁਸੀਂ ਕਿਸੇ ਦਾ ਰਾਈਟ ਖੋ ਨਹੀਂ ਸਕਦੇ। ਤੇ ਇੰਡੀਅਨ ਗਵਰਨਮੈਂਟ ਇਹ ਕਿਉਂ ਡਿਨਾਈ ਕਰ ਰਹੀ ਹੈ ਕਿ ਉਹਨਾਂ ਨੂੰ ਮੂਵ ਨਹੀਂ ਕਰਨ ਦੇ ਰਹੀ, ਆਪਣੀ ਰਾਜਧਾਨੀ 'ਚ ਨਹੀਂ ਜਾਣ ਦੇ ਰਹੀ ਕਿਸਾਨਾਂ ਨੂੰ? ਇਟਸ ਨਾਟ ਫੇਅਰ। ਸੋ ਉਹ ਜਿਹੜਾ ਡਿਪਲੋਮੈਟਿਕ ਪ੍ਰੈਸ਼ਰ ਹੁੰਦਾ, ਉਹ ਸਰਕਾਰ ਤੇ ਬਹੁਤ ਜ਼ਿਆਦਾ ਇਸ ਵੇਲੇ। ਇੰਡੀਅਨ ਗਵਰਨਮੈਂਟ ਸਾਰੇ ਕੰਟਰੀਆਂ ਨੇ ਆਲਮੋਸਟ ਕੰਡੈਮ ਕੀਤਾ ਹੈ ਜਿਹੜਾ ਜਿਸ ਤਰ੍ਹਾਂ ਦੇ ਸਿਸਟਮ ਇਹਨਾਂ ਨੇ ਯੂਜ਼ ਕੀਤੇ ਹੈ ਟੂ ਪ੍ਰੀਵੈਂਟ ਫਾਰਮਰਸ ਫਰੋਮ ਗੋਇੰਗ ਟੂ ਦਿੱਲੀ। ਉਹ ਬੜੀ ਬਦਨਾਮੀ ਹੋਈ ਹੈ ਗਵਰਨਮੈਂਟ ਆਫ ਇੰਡੀਆ ਦੀ ਉਹਦੇ ਵਿੱਚ। ਤੇ ਉਹ ਹੁਣ ਜਿਹੜਾ ਇਹ ਕਹਿੰਦੇ ਸੀ ਕਿ ਅਸੀਂ ਵਰਲਡ ਲੀਡਰ ਹਾਂ, ਅਸੀਂ ਸਾਰੀ ਹਿਊਮਨ ਰਾਈਟਸ ਦੀ ਬੜੀ ਵੈਲਿਊ ਕਰਦੇ ਹਾਂ, ਅਸੀਂ ਇਹ ਕਰਦੇ ਹਾਂ, ਉਹ ਲੋਕਾਂ ਨੇ ਕਿਹਾ ਤੁਹਾਡਾ ਰਿਕਾਰਡ ਤਾਂ ਬੜਾ ਮਾੜਾ, ਤੁਸੀਂ ਤਾਂ ਰਾਈਟਸ ਹੀ ਨਹੀਂ ਦਿੰਦੇ ਲੋਕਾਂ ਨੂੰ, ਪ੍ਰੋਟੈਸਟ ਹੀ ਨਹੀਂ ਕਰਨ ਦਿੰਦੇ ਪੀਸਫੁਲੀ। ਕਿਸਾਨਾਂ ਨੇ ਕਿਹੜਾ ਕਿਸੇ ਦਾ ਕੋਈ ਨੁਕਸਾਨ ਕੀਤਾ, ਕਿਸੇ ਦੀ ਕੋਈ ਪ੍ਰਾਪਰਟੀ ਡੈਮੇਜ ਕੀਤੀ ਹੈ, ਕਿਸੇ ਨੂੰ ਅੱਗ ਲਾਈ ਹੈ ਜਾਂ ਕਿਸੇ ਨੂੰ ਮਾਰਿਆ ਕੁੱਟਿਆ, ਤੇ ਉਹ ਤਾਂ ਪੀਸਫੁਲ ਪ੍ਰੋਟੈਸਟ ਕਰ ਰਿਹਾ, ਤੁਸੀਂ ਕਰਨ ਦਿਓ ਪ੍ਰੋਟੈਸਟ। ਇਹ ਜਿਹੜਾ ਹੁੰਦਾ ਹੈ ਫਰਕ, ਇਹ ਡਿਪਲੋਮੈਟਿਕਲੀ ਬੜਾ ਵੱਡਾ ਇਸ਼ੂ ਬਣ ਜਾਂਦਾ ਹੈ। ਉਹ ਹੁਣ ਇੰਡੀਅਨ ਗਵਰਨਮੈਂਟ ਦਾ ਬੜਾ ਅਗੇਂਸਟ ਜਾ ਰਿਹਾ ਇੰਡੀਆ ਦੇ, ਕਿ ਜਿਹੜਾ ਇੱਕ ਇੰਡੀਆ ਆਪਣੇ ਆਪ ਨੂੰ ਇਮਰਜ ਕਹਿੰਦਾ ਅਸੀਂ ਲੀਡਰ ਹਾਂ, ਅਸੀਂ ਇੱਕ ਵਰਲਡ ਲੀਡਰ ਹਾਂ, ਸਾਡਾ ਕੰਟਰੀ ਬਹੁਤ ਵਧੀਆ ਹੈ ਤੇ ਸਾਡੇ ਕੰਟਰੀ 'ਚ ਕੋਈ ਵਾਇਲੇਸ਼ਨ ਨਹੀਂ, ਅਸੀਂ ਹਿਊਮਨ ਰਾਈਟਸ ਕਦਰ ਕਰਦੇ ਹਾਂ। ਉਹ ਕਹਿੰਦੇ ਨੋ, ਯੋਰ ਟਰੈਕ ਰਿਕਾਰਡ ਇਜ਼ ਵੈਰੀ ਬੈਡ ਨਾਓ। ਜਿੱਦਾਂ ਹੁਣ ਮੈਂ ਕੈਨੇਡਾ ਰਹਿ ਰਿਹਾ ਜਾਂ ਹੋਰ ਕੋਈ ਅਲੱਗ ਜਿੱਦਾਂ ਯੂਰਪ 'ਚ ਅਲੱਗ-ਅਲੱਗ ਸ਼ਹਿਰਾਂ 'ਚ ਰਹਿ ਰਹੇ ਨੇ, ਤੇ ਉਹ ਪ੍ਰੋਟੈਸਟ ਕਰ ਰਹੇ ਆ ਤੇ ਆਪਣੀ ਆਵਾਜ਼ ਉਠਾ ਰਹੇ ਨੇ, ਚੱਕ ਰਹੇ ਨੇ ਇਸ ਗੱਲਾਂ ਤੇ, ਉਹਦਾ ਫਾਇਦਾ ਹੈਗਾ? ਫਾਇਦਾ ਹੈਗਾ, ਬਹੁਤ ਫਾਇਦਾ ਹੈਗਾ ਉਹਦਾ। ਕਿ ਸਾਡੇ ਵੀ ਹੁੰਦਾ ਹੀ ਹੈ ਨਾ, ਜੇ ਕਿਸੇ ਦੀ ਪਗੜੀ ਏਅਰਪੋਰਟ ਤੇ ਉਤਰਵਾਉਂਦੇ ਆ ਤੇ ਗਵਰਨਮੈਂਟ ਆਫ ਇੰਡੀਆ ਪ੍ਰੋਟੈਸਟ ਕਰਦੀ ਹੈ ਨਾ ਕਿ ਸਾਡੇ ਫਲਾਣੇ ਬੰਦੇ ਦੀ ਤੁਸੀਂ ਪਗੜੀ ਕਿਉਂ ਉਤਰਵਾਈ ਉੱਥੋਂ। ਤੇ ਜਾਂ ਪਾਕਿਸਤਾਨ 'ਚ ਸਿੱਖਾਂ ਦੇ ਬੱਚਿਆਂ ਨੂੰ ਮੁਸਲਮਾਨ ਕਨਵਰਟ ਕਰ ਰਿਹਾ ਜਾਂ ਹਿੰਦੂਆਂ ਦੇ ਬੱਚਿਆਂ ਨੂੰ ਕਨਵਰਟ ਕਰ ਰਿਹਾ, ਪ੍ਰੋਟੈਸਟ ਕਰਦਾ ਨਾ ਇੰਡੀਆ ਰੈਗੂਲਰ। ਉਹ ਹੈਗੇ ਤਾਂ ਪਾਕਿਸਤਾਨੀ ਨੇ, ਉਹ ਪਾਕਿਸਤਾਨ ਦਾ ਆਪਣਾ ਮਾਮਲਾ ਹੈ, ਲੇਕਿਨ ਇੰਡੀਆ ਪ੍ਰੋਟੈਸਟ ਕਰਦਾ ਰਹਿੰਦਾ।
ਡੈਮੋਕ੍ਰੇਸੀ ਵਿੱਚ ਔਰ ਵਰਲਡ ਆਰਡਰ ਵਿੱਚ ਇਹ ਜਿਹੜੇ ਐਗਰੀਮੈਂਟ ਨੇ ਹਿਊਮਨ ਰਾਈਟਸ ਦੇ ਵਾਇਲੇਸ਼ਨਸ ਦੇ ਜਾਂ ਵਿਮਨ ਰਾਈਟਸ ਦੇ ਜਾਂ ਵਾਇਲੈਂਸ ਅਗੇਂਸਟ ਵਿਮਨ ਦੇ ਇਹ ਸਾਰੇ ਕੰਟਰੀ ਟੇਕ ਅਪ ਕਰਦੇ ਰਹਿੰਦੇ ਨੇ ਟਾਈਮ ਟੂ ਟਾਈਮ। ਗਲਤੀ ਦੀ ਹੁੰਦਾ ਉਹਦੇ ਪ੍ਰੈਸ਼ਰ ਤਾਂ ਪੈਂਦਾ ਹੀ ਹੈ ਨਾ, ਆਪਣੇ ਆਪ ਨੂੰ ਸੁਧਾਰਨਾ ਪੈਂਦਾ। ਜਿਵੇਂ ਕਈ ਕੰਟਰੀ ਉਹਨਾਂ ਕਹਿੰਦਾ ਅਸੀਂ ਤੁਹਾਡਾ ਵਪਾਰ ਹੀ ਨਹੀਂ ਕਰਨਾ, ਤੇਰੇ ਕੋਲ ਬੰਦੇ ਹੀ ਨਹੀਂ ਭੇਜਣੇ ਬਿਕਾਜ਼ ਤੁਸੀਂ ਤਾਂ ਵਾਇਲੇਸ਼ਨ ਬੜੀ ਕਰਦੇ ਹੋ ਹਿਊਮਨ ਰਾਈਟਸ ਦੀ, ਅਸੀਂ ਟੂਰਿਸਟ ਹੀ ਨਹੀਂ ਭੇਜਣੇ ਤੁਹਾਡੇ ਕੰਟਰੀ 'ਚ, ਅਸੀਂ ਤੁਹਾਨੂੰ ਐਕਸਪੋਰਟ ਹੀ ਨਹੀਂ ਕਰਨਾ ਬਿਕਾਜ਼ ਤੁਸੀਂ ਵਾਇਲੇਸ਼ਨ ਕਰਦੇ ਹੋ। ਬਹੁਤ ਸਾਰੇ ਕੰਟਰੀ ਸੈਂਕਸ਼ਨਸ ਲਗਾ ਦਿੰਦੇ ਨੇ ਇਹਨਾਂ ਵਾਇਲੇਸ਼ਨਸ ਕਰਕੇ, ਕਿ ਚਾਈਨਾ ਤੇ ਜਾਂ ਨਾਰਥ ਕੋਰੀਆ ਕਿਉਂ ਨਹੀਂ ਕੋਈ ਲੋਕੀ ਜਾਂਦੇ, ਕਿਉਂਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਬਹੁਤ। ਇਹ ਅੱਜ ਦਾ ਐਪੀਸੋਡ ਅਸੀਂ ਇੱਥੇ ਹੀ ਖਤਮ ਕਰਾਂਗੇ। ਸੁਣਨ ਲਈ ਧੰਨਵਾਦ ਤੇ ਸਾਨੂੰ ਕਮੈਂਟਸ ਵਿੱਚ ਦੱਸੋ ਤੁਹਾਨੂੰ ਕੀ ਪਸੰਦ ਆਇਆ ਤੇ ਤੁਸੀਂ ਕਿਹੜੀ ਚੀਜ਼ ਬਾਰੇ ਹੋਰ ਜਾਣਨਾ ਚਾਹੁੰਦੇ ਹੋ। ਤੁਸੀਂ ਸੁਣ ਰਹੇ ਹੋ ਪ੍ਰੋਬਿੰਗ ਆਈ ਪੋਡਕਾਸਟ ਵਿਦ ਪਾਲ ਸਿੰਘ ਐਂਡ ਮਿਸਟਰ ਪ੍ਰਭਜੋਤ ਸਿੰਘ।